ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਕਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਅਟਲ ਬਿਹਾਰੀ ਵਾਜਪਾਈ ਦੀ ਨੀਸ ਜਿਹੜੀ ਹੈ ਜੀ, 2 ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੀ ਕਰੁਣਾ ਸ਼ੁਕਲਾ ਜਿਹੜੇ ਨੇ ਉਹ COVID-19 ਕਰਕੇ ਉਹਨਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਜਿਹੜੀ ਹੈ ਜੀ ਭੁਪੇਸ਼ ਬਘੇਲ ਨੇ ਜਿਹੜੇ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ, ਉਹਨਾਂ ਵੱਲੋਂ ਜਿਹੜੀ ਹੈ ਇਹ ਸਾਂਝੀ ਕੀਤੀ। ਉਹ ਕਹਿੰਦੇ ਕਿ ਮੇਰੀ ਆਂਟੀ ਕਰੁਣਾ ਸ਼ੁਕਲਾ ਜਿਹੜੇ ਉਹ ਨਹੀਂ ਰਹੇ ਅਤੇ ਉਹਨਾਂ ਨੂੰ ਕਰੋਨਾ ਨੇ ਜਿਹੜਾ ਕਰੋਨਾ ਦੈਂਤ ਨੇ ਉਹਨਾਂ ਨੂੰ ਖਾ ਲਿਆ। ਸੋ ਇਸੇ ਤਰ੍ਹਾਂ ਗੱਲਬਾਤ ਕਰੀਏ ਤਾਂ ਪਤਾ ਚੱਲਿਆ ਕਿ ਮੁਖਤਾਰ ਅੰਸਾਰੀ ਜਿਹੜਾ ਉਹਦਾ ਵੀ ਕਰੋਨਾ ਪੋਜ਼ੀਟਿਵ ਟੈਸਟ ਜਿਹੜਾ ਆਇਆ। ਸੋ ਇੰਡੀਆ ਦੇ ਵਿੱਚ ਕੋਈ ਹੁਣ ਤੱਕ 145 ਮਿਲੀਅਨ ਕੋਵਿਡ ਵੈਕਸੀਨ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਅਤੇ ਅੱਜ ਤੱਕ 3 ਲੱਖ ਜਿਹੜੇ ਨੇ ਕੇਸ ਇੰਡੀਆ ਦੇ ਵਿੱਚ ਐਕਟਿਵ ਨੇ। ਸੋ ਹੋਰ ਤਮਾਮ ਜਾਣਕਾਰੀਆਂ ਲੈਣ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਸਹਿਯੋਗੀ ਹਾਜ਼ਰ ਨੇ। ਸਭ ਤੋਂ ਪਹਿਲਾਂ ਬਠਿੰਡੇ ਚੱਲਦੇ ਹਾਂ। ਬਠਿੰਡੇ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਕਰੋਨਾ ਦੇ ਪ੍ਰਕੋਪ ਦੇ ਚੱਲਦੇ ਜਿੱਥੇ ਇਕੱਠਾਂ ਦੇ ਉੱਤੇ ਪਾਬੰਦੀ ਲਾਈ ਗਈ ਸੀ ਅਤੇ ਇੱਥੇ ਮੇਅਰ ਜੋ ਔਰਤ ਮੇਅਰ ਬਣੀ ਸੀ ਉਹਦੇ ਘਰ ਵਾਲੇ ਵੱਲੋਂ ਅਤੇ ਹੋਰਾਂ ਵੱਲੋਂ ਜਿਹੜਾ ਜਸ਼ਨ ਮਨਾਏ ਗਏ ਸੀ। ਇੱਕ ਹੋਟਲ ਦੇ ਵਿੱਚ ਉਹ ਹੋਟਲ ਨੂੰ ਸੀਲ ਕਰ ਦਿੱਤਾ ਗਿਆ ਸੀਗਾ। 40 ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ। 17 ਦੀ ਪਹਿਚਾਣ ਹੋ ਗਈ ਹੈ। ਉਹਨਾਂ ਦੇ ਵਿੱਚੋਂ ਕਿੰਨੇ ਗ੍ਰਿਫਤਾਰ ਕੀਤੇ ਗਏ ਨੇ, ਕਿਵੇਂ ਛੱਡੇ ਗਏ ਨੇ, ਤਮਾਮ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਅਮਨਦੀਪ ਗੋਸਲ ਜੀ ਜੁੜ ਗਏ ਨੇ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਪਹਿਚਾਣ ਹੋ ਗਈ ਹੈ 40 ਦੇ ਵਿੱਚੋਂ 17 ਦੀ? ਕਿੰਨੇ ਕੁ ਫੜੇ ਗਏ, ਕਿੰਨੇ ਛੱਡ ਤੇ, ਕੀ ਸਥਿਤੀ ਹੈ ਜੀ? ਦਾਨੀਅਲ ਸਾਹਿਬ ਦੇਖੋ, ਇਹ ਜਿਹੜਾ ਮਾਮਲਾ ਇਹ ਜਿਹੜਾ ਪੁਲਿਸ ਲਈ ਜਿਹੜਾ ਹੈਗਾ ਇੱਕ ਵੱਡੀ ਸਿਰਦਰਦੀ ਬਣਾਇਆ ਹੋਇਆ ਸੀ, ਕਿਉਂਕਿ ਜਿਹੜਾ ਸੁਰੱਖਿਆ 'ਚ ਆਉਣ ਤੋਂ ਬਾਅਦ ਜੀ ਸੱਤਾਧਾਰੀ ਤੇਰੇ ਖਿਲਾਫ ਜਿਹੜਾ ਹੈਗਾ ਕਾਰਵਾਈ ਕਰਨ ਲਈ ਇੱਕ ਤਰ੍ਹਾਂ ਨਾਲ ਦੋ ਚਿੱਤੀ 'ਚ ਜਿਹੜੀ ਹੈ ਬਠਿੰਡਾ ਪੁਲਿਸ ਨਜ਼ਰ ਆ ਰਹੀ ਸੀਗੀ, ਪਰ ਇਹਨਾਂ ਵੱਲੋਂ ਜਿਹੜਾ ਹੈਗਾ ਬੀਤੇ ਦਿਨੀ ਮਾਮਲਾ ਜ਼ਰੂਰ ਦਰਜ ਕੀਤਾ ਗਿਆ ਸੀ, ਪਰ ਉਹ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਸੀ। ਸਿਰਫ ਇੱਕ ਮੇਜਰ ਨੂੰ ਬਾਏ ਨੇਮ ਉਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪਰ ਅੱਜ ਜਿਹੜੀ ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ, 11 ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜਿਹੜੇ ਹੈਗੇ ਆ ਜੋ ਮਹਿਲਾ MC ਚੁਣੇ ਗਏ ਉਹਨਾਂ ਦੇ ਘਰ ਵਾਲੇ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਹੈਗੇ, ਤੇ ਉਹਨਾਂ ਦੀ ਫਿਲਹਾਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਕਿਉਂਕਿ ਬੇਲੇਬਲ ਆਫੈਂਸ ਹੋਣ ਕਾਰਨ ਜਿਹੜਾ ਹੈਗਾ ਉਹਨਾਂ ਨੇ ਇੱਕ ਵਾਰ ਜ਼ਮਾਨਤ ਜ਼ਰੂਰ ਲੈ ਲਈ ਹੈ। ਕਰੀਬ 1 ਦਰਜਨ ਲੋਕਾਂ ਦੀ ਇਸ ਮਾਮਲੇ ਦੇ ਵਿੱਚ ਪਹਿਚਾਣ ਹੋ ਚੁੱਕੀ ਹੈਗੀ, ਤੇ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਇਹ ਮਾਮਲਾ ਪਿਛਲੇ ਦਿਨੀ ਜਿਹੜਾ ਹੈਗਾ ਸਿਆਸੀ ਜਿਹੜਾ ਰੰਗ ਵੀ ਫੜਦਾ ਨਜ਼ਰ ਆਇਆ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਜਿਹੜਾ ਹੈਗਾ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਸਨ, ਕਿਉਂਕਿ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀਗਾ, ਤੇ ਇਸ ਦੇ ਚੱਲਦਿਆਂ ਵੱਡੇ ਜਿਹੜੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਪੋਸਟਰ ਬਣਾ ਕੇ ਉਹਨਾਂ ਨੇ ਮੀਡੀਆ 'ਚ ਰਿਲੀਜ਼ ਕੀਤੇ ਸਨ ਵੀ ਆਹ ਲੋਕ ਸਨ, ਪਰ ਇਹਨਾਂ ਉੱਤੇ ਪੰਜਾਬ ਸਰਕਾਰ ਦੀਆਂ ਜਿਹੜੇ ਗਾਈਡਲਾਈਨਸ ਦੀ ਉਲੰਘਣਾ ਕਰਨ ਦਾ ਕੋਈ ਮਾਮਲਾ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਜ ਨਹੀਂ ਕੀਤਾ ਜਾ ਰਿਹਾ ਸੀ। ਜੀ ਸੋ ਜਿਵੇਂ ਤੁਸੀਂ ਆਖਿਆ ਕਿ ਮਾਮਲਾ ਸੰਗੀਨ ਸੀਗਾ, ਪਰਚਾ ਵੀ ਦਰਜ ਹੋ ਗਿਆ ਇੱਕ ਵਾਰੀ। ਕੱਲ ਵਿਆਹ ਸ਼ਾਦੀਆਂ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ, ਕਾਫੀ ਭੰਬਲ ਭੂਸੇ ਵਾਲੀ। ਕੱਲ ਨੂੰ ਪੂਰਨ ਤੌਰ ਦੇ ਉੱਤੇ ਲਾਕਡਾਊਨ, ਜੇ ਆਪਾਂ ਆਖੀਏ ਸੈਚਰਡੇ ਸੰਡੇ ਨੂੰ ਲਾਕਡਾਊਨ ਕੀਤਾ ਗਿਆ, ਕਰਫਿਊ ਕੀਤਾ ਗਿਆ। ਵਿਆਹ ਸ਼ਾਦੀਆਂ ਦਾ ਕੀ ਉਹਦੇ ਵਿੱਚ ਪ੍ਰਭਾਵ ਪਏਗਾ? ਲੋਕਾਂ ਨੂੰ ਰੱਦ ਕਰਨੀਆਂ ਪੈਣਗੀਆਂ, ਅੱਗੇ ਪਾਉਣੀਆਂ ਪੈਣਗੀਆਂ, ਜਾਂ ਉਹਨਾਂ ਨੂੰ ਇਜਾਜ਼ਤ ਮਿਲੇਗੀ? ਦਾਨਿਆਲ ਸਾਹਿਬ, ਦੱਸਣਾ ਚਾਹਾਂਗੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਅੱਜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ। ਪਹਿਲਾਂ ਵਪਾਰ ਮੰਡਲ, ਫਿਰ ਹੋਟਲ ਮੈਨੇਜਮੈਂਟ ਤੇ ਜਿਹੜੇ ਮੈਰਿਜ ਪੈਲੇਸ ਐਸੋਸੀਏਸ਼ਨਸ ਨੇ, ਇਹਨਾਂ ਨਾਲ ਅੱਜ ਜਿਹੜੀਆਂ ਬੈਠਕਾਂ ਦਾ ਦੌਰ ਚੱਲਿਆ ਕਾਫੀ ਲੰਮਾ, ਤੇ ਇਸ ਦੌਰਾਨ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਕੁਝ ਜਿਹੜੀਆਂ ਮੰਗਾਂ ਸੀ ਉਸ ਨੂੰ ਵੇਖਦੇ ਹੋਏ ਇੱਕ ਨੋਡਲ ਅਫਸਰ ਜਿਹੜਾ ਨਿਯੁਕਤ ਕੀਤਾ ਗਿਆ, ਜੋ ਉਹਨਾਂ ਵਿੱਚ ਹੀ ਹੋਵੇਗਾ। ਤੇ ਉਹਨਾਂ ਨੇ ਇੱਕ ਜਿਹੜੀ ਹੈਗੀ ਆ ਪ੍ਰਸ਼ਾਸਨ ਅੱਗੇ ਬੇਨਤੀ ਰੱਖੀ ਸੀ ਵੀ ਜਿਹੜੀ ਵੀ ਪਾਰਟੀ, ਪੁਲਿਸ ਪਾਰਟੀ ਰੇਡ ਕਰਨ ਜਾਵੇ ਤਾਂ ਕਿਰਪਾ ਕਰਕੇ ਉਹ ਸਿਵਲ ਕੱਪੜਿਆਂ 'ਚ ਜਾਵੇ, ਜਿਸ ਨੂੰ ਪ੍ਰਸ਼ਾਸਨ ਨੇ ਮਨਜ਼ੂਰ ਕਰ ਲਿਆ, ਕਿਉਂਕਿ ਖੁਸ਼ੀ ਦੇ ਮਾਹੌਲ ਦੇ ਵਿੱਚ ਜਦੋਂ ਪੁਲਿਸ ਦਾ ਜਿਹੜਾ ਹੈਗਾ ਆਉਣਾ ਹੁੰਦਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਜਿਹੜਾ ਹੈਗਾ ਡਰ ਦਾ ਮਾਹੌਲ ਬਣਦਾ ਹੈ। ਇਹ ਫਿਲਹਾਲ ਜਿਹੜਾ ਹੈਗਾ ਪ੍ਰਸ਼ਾਸਨ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਦੀਆਂ ਜਿਹੜੇ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ। ਜਿਹੜਾ ਵੀ ਇਹਨਾਂ ਜਿਹੜੇ ਗਾਈਡਲਾਈਨਸ ਦਾ ਉਲੰਘਣ ਕਰੇਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਅੱਜ DSP ਸਿਟੀ 1 ਗੁਰਜੀਤ ਸਿੰਘ ਰਮਾਣਾ ਨੇ ਜਿਹੜਾ ਹੈਗਾ ਦੱਸਿਆ ਵੀ ਉਹਨਾਂ ਵੱਲੋਂ ਇੱਕ ਜਿਹੜਾ ਹੈਗਾ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਜਿਹੜਾ ਆਰਜੀ ਜੇਲ੍ਹ ਦੀ ਮੰਗ ਕੀਤੀ ਗਈ ਹੈ, ਤਾਂ ਜੋ ਜਿਹੜੇ ਲੋਕ ਕਰਫਿਊ ਦੀ ਉਲੰਘਣਾ ਕਰਨਗੇ 6 ਵਜੇ ਤੋਂ ਬਾਅਦ ਉਹਨਾਂ ਨੂੰ ਆਰਜੀ ਜੇਲ੍ਹ ਵਿੱਚ ਰੱਖਿਆ ਜਾ ਸਕੇ। ਜੀ ਬਿਲਕੁਲ। ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਕਹਿੰਦੇ ਜੇਲ੍ਹ 'ਚ ਬੰਦ ਗੈਂਗਸਟਰ ਜਿਹੜੇ ਨੇ ਉਹ ਬੜੀ ਵੱਡੀ ਸਿਰਦਰਦੀ ਬਣੇ ਹੋਏ ਨੇ, ਕਿਉਂ ਜੀ? ਜੀ ਬਿਲਕੁਲ, ਜਿਹੜੇ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਦੇ ਸਾਰੇ ਜਿਹੜੇ ਨਾਮੀ ਗੈਂਗਸਟਰ ਸੀਗੇ ਉਹ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜਿਹੜੇ ਹੈਗਾ ਤਬਦੀਲ ਕਰ ਦਿੱਤੇ ਗਏ ਸੀਗੇ। ਇਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਗੈਂਗਸਟਰਾਂ ਨੇ ਜਿਹੜਾ ਹੈਗਾ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਉਸ ਬਾਰੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਭੁੱਖ ਹੜਤਾਲ ਸੰਬੰਧੀ, ਪਰ ਪਿਛਲੇ ਆਪਾਂ ਕਰੀਬ 1 ਮਹੀਨੇ ਦੀ ਗੱਲ ਕਰੀਏ ਤਾਂ ਹਰ ਹਫ਼ਤੇ ਕੋਈ ਨਾ ਕੋਈ ਨਾਮੀ ਗੈਂਗਸਟਰ ਜਿਹੜਾ ਹੈਗਾ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਇਲਾਜ ਲਈ ਲਿਆਂਦਾ ਜਾ ਰਿਹਾ, ਜਿਸ ਕਾਰਨ ਜਿਹੜਾ ਹੈਗਾ ਸਿਵਲ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਸਿਰਦਰਦੀ ਬਣੇ ਹੋਏ ਨੇ ਇਹ ਲੋਕ, ਕਿਉਂਕਿ ਜਦੋਂ ਵੀ ਇਹਨਾਂ ਨੂੰ ਜੇਲ੍ਹ ਤੋਂ ਲੈ ਕੇ ਉਹਨਾਂ ਦਾ ਸਖਤ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਨੇ ਤੇ ਨਾਲ ਹੀ ਨਾਲ ਜਿਹੜਾ ਸਰਕਾਰੀ ਹਸਪੀਟਲ ਆ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰਨਾ ਪੈਂਦਾ ਹੈ। ਤੇ ਘੱਟੋ ਘੱਟ 2 ਜਾਂ 3 ਇੰਸਪੈਕਟਰ ਰੈਂਕ ਤੇ 2 DSP ਰੈਂਕ ਦੇ ਜਿਹੜੇ ਅਧਿਕਾਰੀ ਨੇ ਇਹਨਾਂ ਦੀ ਸੁਰੱਖਿਆ ਤੇ ਤੈਨਾਤ ਕਰਨੇ ਪੈਂਦੇ ਨੇ। ਤੇ ਜਿਸ ਤੋਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਖੜੀ ਹੁੰਦੀ ਹੈ ਵੀ ਜਿਹੜੇ ਲੋਕ ਉੱਥੇ ਦਵਾਈ ਲੈਣ ਲਈ ਸਰਕਾਰੀ ਹਸਪੀਟਲ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਡਰ ਦਾ ਮਾਹੌਲ ਪੈਦਾ ਹੁੰਦਾ, ਤੇ ਦੂਜਾ ਉਹਨਾਂ ਨੂੰ ਜਿਹੜਾ ਹੈਗਾ ਆਪਣੀ ਦਵਾਈ ਬੂਟੀ ਲੈਣ 'ਚ ਵੀ ਸਮੱਸਿਆ ਖੜੀ ਹੁੰਦੀ ਹੈ, ਕਿਉਂਕਿ ਪੁਲਿਸ ਜਿਹੜਾ ਹੈਗਾ ਸਾਰੇ ਹਸਪਤਾਲ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੰਦੀ ਹੈ ਇਹਨਾਂ ਗੈਂਗਸਟਰਾਂ ਦੀ ਸੁਰੱਖਿਆ ਨੂੰ ਲੈ ਕੇ, ਜਿਸ ਕਾਰਨ ਕਿਤੇ ਨਾ ਕਿਤੇ ਇਹ ਜਿਹੜੇ ਗੈਂਗਸਟਰ ਨੇ ਪ੍ਰਸ਼ਾਸਨ ਲਈ ਤੇ ਪੁਲਿਸ ਪ੍ਰਸ਼ਾਸਨ ਲਈ ਜਿਹੜਾ ਹੈਗਾ ਸਿਰਦਰਦੀ ਬਣੇ ਹੋਏ ਨੇ। ਇਹ ਕਿੰਨੇ ਕਹਿੰਦੇ ਪਤਾ ਚੱਲਿਆ ਕਿ ਉਧਰ ਦੂਜੇ ਪਾਸੇ ਗੈਂਗਸਟਰ ਜਿਹੜੇ ਨੇ ਇਸ ਜੇਲ੍ਹ ਦੇ ਵਿੱਚ ਬੰਦ ਨੇ, ਕਹਿੰਦੇ ਡੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਇਸ ਜੇਲ੍ਹ ਨੂੰ, ਤੇ ਪਿੰਡਾਂ ਵਾਲੇ ਲੋਕ ਬੜੇ ਪਰੇਸ਼ਾਨ ਨੇ। ਉਹਨਾਂ ਨੇ ਜੇਲ੍ਹ ਦੇ ਅੱਗੇ ਧਰਨਾ ਲਾ ਦਿੱਤਾ ਕਿ ਸਾਡੇ ਮੋਬਾਈਲ ਨਹੀਂ ਚੱਲਦੇ, ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਇਫੈਕਟ ਹੋ ਰਹੀ ਹੈ। ਉਹ ਕਿੰਨੀ ਕਿੱਥੇ ਗੱਲ ਹੈ ਜੀ? ਜੀ ਬਿਲਕੁਲ, ਜਿਹੜਾ ਹੈਗਾ ਜਿਹੜੀ ਬਠਿੰਡਾ ਦੀ ਕੇਂਦਰੀ ਜੇਲ੍ਹ ਹੈ ਦੇਖੋ ਖੇਤਾਂ 'ਚ ਬਣੀ ਹੋਈ ਹੈ। ਗੋਬਿੰਦਪੁਰਾ ਜਿਹੜੇ ਪਿੰਡ ਦੇ ਖੇਤ ਨੇ ਉੱਥੇ ਖੇਤਾਂ 'ਚ ਬਣੀ ਹੋਣ ਕਰਕੇ ਜਿਹੜਾ ਹੈਗਾ ਇੱਥੇ ਜਿਹੜੀ ਇਹਦੀ ਸੁਰੱਖਿਆ ਪ੍ਰਬੰਧ ਨੇ ਉਹ ਵੀ CRP ਦੇ ਅੰਡਰ ਨੇ। ਜਿਹੜੀਆਂ ਹੈਗੀਆਂ ਰਿਜ਼ਰਵ ਫੋਰਸਸ ਜਿਹੜੀਆਂ ਹੈਗੀਆਂ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ। ਅਤੇ ਹੁਣ ਜਿਹੜਾ ਹੈਗਾ ਡੈਡ ਜ਼ੋਨ ਇਸ ਕਰਕੇ ਬਣਾਇਆ ਗਿਆ ਸੀ ਕਿਉਂਕਿ ਇੱਥੇ ਨਾਮੀ ਗੈਂਗਸਟਰ ਜਿਹੜੇ ਰੱਖੇ ਗਏ ਨੇ ਤੇ ਉਹਨਾਂ ਨੂੰ ਜਿਹੜੀ ਹੈਗੀ ਹਵਾਲਾਤ ਤੋਂ ਸਿਰਫ ਜਿਹੜਾ ਹੈਗਾ ਆਪਾਂ ਕਹਿ ਦਈਏ 2 ਘੰਟਿਆਂ ਦੀ ਸਿਰਫ ਜਿਹੜਾ ਹੈਗਾ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੈਗਾ ਇਸ ਇਲਾਕੇ ਦੇ ਜਿਹੜਾ ਮੋਬਾਈਲ ਨੈਟਵਰਕ ਹੈ ਉਹ ਜਿਹੜਾ ਹੈਗਾ ਖਤਮ ਕਰ ਦਿੱਤਾ ਗਿਆ ਸੀ, ਜਿਸ ਕਾਰਨ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਬੱਚੇ ਕਾਫੀ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਜਿਹੜੀਆਂ ਕਰੋਨਾ ਮਹਾਮਾਰੀ ਦੇ ਚੱਲਦੇ ਆਨਲਾਈਨ ਕਲਾਸਿਸ ਚੱਲ ਰਹੀਆਂ, ਇਹਨਾਂ ਕਲਾਸਿਸ ਕਾਰਨ ਜਿਹੜਾ ਹੈਗਾ ਨੈਟਵਰਕ ਜਿਹੜਾ ਹੈਗਾ ਉੱਡ ਜਾਂਦਾ ਹੈ, ਮੋਬਾਈਲਾਂ ਦੇ ਉੱਤੇ ਜਿਹੜੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪ੍ਰਭਾਵਿਤ ਹੋ ਰਿਹਾ, ਜਿਸ ਦੇ ਮੱਦੇਨਜ਼ਰ ਜਿਹੜਾ ਹੈਗਾ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਇਕੱਠਾ ਹੋ ਕੇ ਕੱਲ ਜੇਲ੍ਹ ਦੇ ਮੂਹਰੇ ਜਿਹੜਾ ਹੈਗਾ ਧਰਨਾ ਦਿੱਤਾ ਸੀਗਾ। ਇਸ ਦੌਰਾਨ ਜਿਹੜਾ ਬਠਿੰਡਾ ਦੇ ਤਹਿਸੀਲਦਾਰ ਨੇ ਮੌਕੇ ਤੇ ਗਿਆ ਸੀ, ਜਿਨ੍ਹਾਂ ਨੇ ਇਹਨਾਂ ਦਾ ਮੰਗ ਪੱਤਰ ਲੈਂਦੇ ਹੋਏ ਕਿਹਾ ਵੀ ਜਿੰਨਾ ਟਾਈਮ ਬੱਚਿਆਂ ਦੀ ਕਲਾਸਿਸ ਰਹੇਗੀ ਉਹਨਾਂ ਚਿਰ ਉਹ ਮੋਬਾਈਲ ਨੈਟਵਰਕ ਦੀ ਜਿਹੜੀ ਹੈਗੀ ਆ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਦੇਣਗੇ, ਤਾਂ ਜੋ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਪ੍ਰਭਾਵਿਤ ਨਾ ਹੋ ਸਕੇ। ਜੀ ਸੋ ਬਹੁਤ ਬਹੁਤ ਧੰਨਵਾਦ। ਕੋਈ ਹੋਰ ਖਾਸ ਖਬਰ ਜੀ? ਖਾਸ ਖਬਰ ਫਿਲਹਾਲ ਜਿਹੜਾ ਕਰੋਨਾ ਨੂੰ ਲੈ ਕੇ ਜੀ ਪ੍ਰਸ਼ਾਸਨ ਜਿਹੜਾ ਹੈਗਾ ਸਖਤ ਨਜ਼ਰ ਆ ਰਿਹਾ ਹੈਗਾ, ਤੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਵੀ ਜਿਹੜੀ ਇਹ ਮਹਾਮਾਰੀ ਤੋਂ ਬਚਣ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਨੇ ਇਹਨਾਂ ਦਾ ਧਿਆਨ ਜ਼ਰੂਰ ਦੇਣ। ਪਰ ਜਿਹੜਾ ਹੁਣ ਦੇਖੋ 5 ਵਜੇ ਤੋਂ ਬਾਅਦ ਦੁਕਾਨਾਂ ਬੰਦ ਤੇ 6 ਵਜੇ ਤੋਂ ਬਾਅਦ ਕਰਫਿਊ ਸ਼ੁਰੂ ਹੋ ਜਾਣਾ, ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਗਿਆ ਵੀ ਜਿਹੜਾ ਵੀ ਉਲੰਘਣ ਕਰਦਾ ਪਾਏਗਾ ਉਸ ਖਿਲਾਫ ਮਾਮਲਾ ਤਾਂ ਦਰਜ ਕਰਾਂਗੇ ਤੇ ਨਾਲ ਉਹਨੂੰ ਜੇਲ੍ਹ ਯਾਤਰਾ ਵੀ ਕਰਵਾਈ ਜਾਊਗੀ। ਜੀ ਸੋ ਸਖਤੀ ਤਾਂ ਕਰਨੀ ਚਾਹੀਦੀ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦਾਸਪੁਰ। ਨਿਤਨ ਲੂਥਰਾ ਜੀ ਮੇਰੇ ਨਾਲ ਨੇ। ਲੂਥਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਲੂਥਰਾ ਸਾਹਿਬ, ਜਿਸ ਤਰ੍ਹਾਂ ਕਰੋਨਾ ਦੀ ਸਥਿਤੀ ਲੈ ਕੇ ਚੱਲੀਏ, ਪਿਛਲੇ ਸਾਲ ਸਰਕਾਰ ਵੱਲੋਂ ਆਈਸੋਲੇਸ਼ਨ ਸੈਂਟਰ ਬਣਾਏ ਗਏ ਸੀ, ਉਹਨਾਂ ਸੈਂਟਰਾਂ ਦੇ ਵਿੱਚ ਖਾਦ ਖੁਰਾਕ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਸੀ। ਹੁਣ ਇੰਨਾ ਕਰੋਨਾ ਵੱਧ ਗਿਆ, ਆਈਸੋਲੇਸ਼ਨ ਸੈਂਟਰਾਂ ਦੀ ਗੱਲ ਨਹੀਂ ਸਾਹਮਣੇ ਆ ਰਹੀ, ਉਹਨਾਂ ਨੂੰ ਘਰੇ ਕੁਆਰੰਟਾਈਨ ਕਰਨ ਲਈ ਕਿਹਾ ਜਾਂਦਾ ਹੈ, ਕੋਈ ਸਖਤੀ ਨਹੀਂ ਹੈ, ਲੋਕ ਬਾਜ਼ਾਰਾਂ ਦੇ ਵਿੱਚ ਤੁਰੇ ਫਿਰਦੇ ਆ, ਇਹਦੇ ਉੱਤੇ ਕੋਈ ਚੈੱਕ ਨਹੀਂ। ਕੀ ਕਹੋਗੇ ਇਸ ਸਾਰੇ ਮਾਮਲੇ ਤੇ? ਧੰਨਵਾਦ ਸਾਹਿਬ, ਦੇਖੋ ਪਿਛਲੇ ਸਾਲ ਜਦੋਂ ਕਰੋਨਾ ਨੇ ਦਸਤਕ ਦਿੱਤੀ ਆ ਤੇ ਯਕਦਮ ਜਿਹੜਾ ਸੀ ਲਾਕਡਾਊਨ ਕਰ ਦਿੱਤਾ ਗਿਆ ਜੀ। ਹੁਣ ਸਥਿਤੀ ਜਿਹੜੀ ਆ ਲੋਕਾਂ ਦੀ, ਆਮ ਲੋਕਾਂ ਦੀ, ਇਹ 'ਚ ਆਮ ਲੋਕਾਂ 'ਚ ਅਸੀਂ ਵੀ ਆਉਂਦੇ ਹਾਂ, ਸਾਡਾ ਵੀ ਉਹਨਾਂ ਕਸੂਰ ਆ ਜੇ ਸਾਡੇ ਦਰਸ਼ਕ ਸੁਣਦੇ ਪਏ ਸਾਨੂੰ, ਕਿਉਂਕਿ ਆਪਣਾ ਕਸੂਰ ਅਸੀਂ ਤਾਂ ਕਹਿ ਰਹੇ ਹਾਂ ਕਿ ਅਸੀਂ ਪਰਵਾਹ ਹੀ ਨਹੀਂ ਮਾਰੀ। ਜਦੋਂ ਲਾਕਡਾਊਨ ਖੁੱਲ ਗਿਆ ਅਸੀਂ ਪਰਵਾਹ ਨਹੀਂ ਮਾਰੀ, ਨਾ ਅਸੀਂ ਇਸ ਗੱਲ ਦੀ ਚਿੰਤਾ ਕੀਤੀ ਵੀ ਇਹ ਮੁੜ ਕੇ ਵਧੇਗਾ ਨਹੀਂ ਵਧੇਗਾ। ਤੇ ਸਭ ਤੋਂ ਵੱਡੀ ਨਲਾਇਕੀ ਰਹੀ, ਨਲਾਇਕੀ ਸ਼ਬਦ ਮੈਂ ਤਾਂ ਵਰਤ ਰਿਹਾ ਕਿ ਸੱਚੀ ਮੁੱਚੀ ਨਲਾਇਕੀ ਰਹੀ ਸਾਡੀਆਂ ਸਰਕਾਰਾਂ ਦੀ, ਚਾਹੇ ਉਹ ਕੇਂਦਰ ਦੀ ਆ ਤੇ ਚਾਹੇ ਉਹ ਸੂਬੇ ਦੀ ਸਰਕਾਰ ਆ, ਉਹ ਸਾਨੂੰ ਇਹ ਗੱਲ ਸਮਝਾਉਣ ਦੇ ਵਿੱਚ ਬਿਲਕੁਲ ਅਸਫਲ ਰਹੇ। ਨਾ ਹੀ ਉਹਨਾਂ ਦੇ WHO ਦੀ ਗੱਲ ਕਰ ਲਈਏ ਜਾਂ ਸਿਹਤ ਤੰਤਰ ਦੀ ਗੱਲ ਕਰ ਲਈਏ ਤੇ ਉਹ ਵੀ ਉਹਨੇ ਹੀ ਨਲਾਇਕ ਰਹੇ ਜਿੰਨੀਆਂ ਨਲਾਇਕ ਸਰਕਾਰਾਂ ਰਹੀਆਂ ਕਿ ਇਹਦੇ ਮੁੜ ਕੇ ਵੀ ਆਉਣਾ ਜੇ, ਤੇ ਜਦੋਂ ਮੁੜ ਕੇ ਆਏਗਾ ਇਹ ਅੱਗੇ ਨਾਲੋਂ ਜ਼ਿਆਦਾ ਤਾਕਤਵਰ ਹੋ ਕੇ ਆਏਗਾ। ਸੋ ਇਹ ਗੱਲਾਂ ਦੇ ਕਰਕੇ ਅਸੀਂ ਵੀ ਵੇਸਲੇ ਹੋ ਗਏ ਜੀ। ਵੇਸਲੇ ਹੋਣ ਕਰਕੇ ਅੱਜ ਨਤੀਜਾ ਇਹ ਆ ਕਿ ਜਿਹੜਾ ਵੀ ਇਸ ਦੀ ਲਪੇਟ ਚ ਆ ਜਾਂਦਾ ਵਾ ਦਾਣੇ ਵਾਲੀ ਸਾਹਿਬ, ਤੁਸੀਂ ਯਕੀਨ ਕਰੋ ਕਿ ਉਹ ਬੰਦੇ ਦਾ ਜਿਹੜੀ ਸਿਹਤ ਵਾ, ਜੇ ਉਹ 100 ਕਿਲੋ ਦਾ ਵਾ ਨਾ ਤੇ ਉਹਦਾ 35-40 ਕਿਲੋ ਵਜਨ ਰਹਿ ਜਾਂਦਾ ਵਾ। ਜੀ ਮੈਂ ਬੰਦੇ ਨੂੰ ਕਹਿ ਦਈਏ ਵੀ ਜਿਸ ਤਰ੍ਹਾਂ ਮਸ਼ੀਨ ਚ ਪਾ ਕੇ ਕੱਪੜੇ ਦੀ ਡਰਾਈ ਕਰ ਦਿੰਦੇ, ਉਹ ਹਾਲਾਤ ਨੇ। ਮੈਂ ਕੁਝ ਲੋਕਾਂ ਨੂੰ ਮਿਲਿਆ, ਸਭ ਤੋਂ ਵੱਡੀ ਜਿਹੜੀ ਦਿੱਕਤ ਵਾ ਜਾਂ ਕਾਲਾ ਬਾਜ਼ਾਰੀ ਕਹਿ ਲਈਏ ਜਾਂ ਸਟੋਰੇਜ ਕਹਿ ਲਈਏ, ਆਕਸੀਜਨ ਦੀ ਹੋ ਗਈ ਜੀ। ਕੋਈ ਸਭ ਤੋਂ ਵੱਡੀ ਇਸ ਟਾਈਮ ਜੇ ਸਰਕਾਰ ਨੇ ਭਲਾ ਕਰਨਾ ਵਾ ਤੇ ਉਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਨਕੇਲ ਕੱਸੇ ਜਿਹੜੇ ਇਸ ਟਾਈਮ ਕਿਸੇ ਵੀ ਮਰੀਜ਼ ਨੂੰ ਦਾਖਲ ਹੀ ਨਹੀਂ ਕਰਦੇ ਪਏ ਜੀ। ਇੱਕ ਵਾਅਦਾ ਲਵੇ ਉਹਨਾਂ ਕੋਲ ਤੇ ਇੱਕ ਗੱਲ ਕਵੇ ਕਿ ਜੇ ਕਿਸੇ ਨੇ ਲਿਖਤੀ ਕੰਪਲੇਂਟ ਕਰ ਦਿੱਤੀ ਪ੍ਰਾਈਵੇਟ ਹਸਪਤਾਲ ਦੇ ਖਿਲਾਫ ਤੇ ਉਹ ਹਸਪਤਾਲ ਨੂੰ 5 ਸਾਲ ਲਈ ਸਸਪੈਂਡ ਕੀਤਾ ਜਾਏਗਾ, ਜਾਂ ਉਹ ਹਸਪਤਾਲ ਨੂੰ ਹਸਪਤਾਲ ਜਿਹੜੇ ਪ੍ਰਾਈਵੇਟ ਹਸਪਤਾਲ ਮਨਮਰਜ਼ੀਆਂ ਕਰਦੇ ਪਏ ਆ। ਕਹਿੰਦੇ ਮਨਮਰਜ਼ੀਆਂ ਜੀ। ਕੱਲ ਡਾਕਟਰ ਸਿੰਦਰ ਕੌਰ ਆਏ ਸੀ, ਕਹਿੰਦੇ 10 ਰੁਪਈਆਂ ਦਾ ਟੀਕਾ 5-5000 ਚ ਲਾਈ ਜਾਂਦੇ ਆ। ਦੱਸੋ, ਬਿਨਾਂ ਗੱਲ ਤੋਂ ਹੀ ਡੱਗੀ ਆਉਂਦੇ ਆ ਟੀਕੇ, ਬਿਨਾਂ ਗੱਲ ਤੋਂ ਉਹ ਚੀਜ਼ਾਂ ਦੱਬੀ ਆਉਂਦੇ। ਆਮ ਬੰਦੇ ਨੂੰ ਹਸਪਤਾਲ ਦੇ ਅੰਦਰ ਵੜਨ ਵੀ ਨਹੀਂ ਦੇ ਰਹੇ। ਵੈਂਟੀਆਂ ਨਹੀਂ ਜੀ। ਅੱਛਾ ਦੇਖੋ, ਕਦੀ ਰਿਵਾਜ ਹੁੰਦਾ ਸੀ ਜਦੋਂ ਇਹ ਕਰੋਨਾ ਨਹੀਂ ਸੀ, ਸਭ ਤੋਂ ਪਹਿਲਾਂ ਜਿਹੜਾ ਮਰੀਜ਼ ਆਕਸੀਜਨ ਘੱਟ ਸੀ ਤੇ ਇਹ ਜਾਣਬੁੱਝ ਕੇ ਵੈਂਟੀਲੇਟਰ ਲਾ ਦਿੰਦੇ ਸੀ। 30 ਤੋਂ 50 ਰੁਪਏ ਰੋਜ਼ ਦੇ ਮਾਫ ਕਰੋ 30,000 ਤੋਂ 50,000 ਰੁਪਏ ਰੋਜ਼ ਦੇ ਬੈੱਡ ਦਾ ਲੈਂਦੇ ਆ ਪ੍ਰਾਈਵੇਟ ਹਸਪਤਾਲ ਵਾਲੇ। ਅੱਛਾ ਜੀ। ਤੇ ਅੱਜ ਮਰੀਜ਼ ਨੂੰ ਵੈਂਟੀਲੇਟਰ ਤੇ ਨਹੀਂ ਲਾ ਰਹੇ ਤੇ ਇਹ ਗੱਲ ਕਿਹਾ ਜਾ ਰਿਹਾ ਵਾ ਕਿ ਇਹ ਜੀ ਸਾਡੇ ਕੋਲ ਇਲਾਜ ਨਹੀਂ ਆ ਤੇ ਇਸ ਕਰਕੇ ਅਸੀਂ ਮਰੀਜ਼ ਦਾਖਲ ਨਹੀਂ ਕਰਨਾ। ਸੋ ਇਹ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਚੱਲੀਏ ਤੇ ਬਹੁਤ ਵੱਡਾ ਧੱਕਾ ਜਿਹੜਾ ਵਾ ਉਹ ਹੋ ਰਿਹਾ ਵਾ ਮਰੀਜ਼ਾਂ ਦੇ ਨਾਲ, ਤੇ ਮਰੀਜ਼ ਜਿਹੜੇ ਬਹੁਤ ਦਿੱਕਤ ਦੇ ਵਿੱਚ ਨੇ। ਕੋਈ ਵੀ ਪ੍ਰਾਈਵੇਟ ਹਸਪਤਾਲ ਵਾਲਾ ਨਾ ਇਹਨਾਂ ਨੂੰ ਦਾਖਲ ਕਰ ਰਿਹਾ, ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਆ। ਦਿਖਾਵਾ ਕਰਨ ਦੀ ਲੋੜ ਨਹੀਂ, ਸਖਤ ਕਦਮ ਚੁੱਕਣ। ਔਰ ਇਹ ਗੱਲ ਕਹੀ ਜਾਵੇ ਕਿ ਜੇ ਕਿਸੇ ਨੇ ਕਿਸੇ ਮਰੀਜ਼ ਨੂੰ ਨਾ ਦਾਖਲ ਕੀਤਾ ਉਹਨੂੰ ਸਸਪੈਂਡ ਕਰਾਂਗੇ, ਉਹਨੂੰ ਉਹਦਾ ਹਸਪੀਟਲ ਦਾ ਲਾਇਸੈਂਸ ਰੱਦ ਕਰਾਂਗੇ, ਔਰ ਕਰਨੇ ਵੀ ਚਾਹੀਦੇ ਆ।
ਦੇਖੋ ਆਯੁਸ਼ਮਾਨ ਕਾਰਡ ਦੀ ਗੱਲ ਹੋਈ 5 ਲੱਖ ਦਾ ਬੀਮਾ ਕੋਈ ਵੀ ਨਹੀਂ ਉੱਤੇ ਦਾਖਲ ਕਰਦਾ ਕਿਸੇ ਨੂੰ। ਉਹੀ ਚੱਕ ਕੇ ਕਹਿੰਦੇ ਉਹ ਦਾਖਲ ਚੱਕ ਕੇ ਕਹਿੰਦੇ ਛੱਡੋ, ਉਹ ਵੀ ਜਿਹੜੇ ਇਸ ਬੀਮੇ ਦੀ ਜਿਹੜੀ ਗੱਲ ਹੈ ਕਹਿੰਦੇ ਐਵੇਂ ਵੱਡਾ ਟੁੱਕੀ ਕਰਕੇ ਬਿੱਲ ਬਣਾਈ ਜਾਂਦੇ ਆ। ਇਹ ਬਹੁਤ ਵੱਡਾ ਟੱਪਲਾ ਚੱਲ ਰਿਹਾ। ਦੀ ਗੱਲ ਕਰ ਲਈਏ ਤਾਂ ਉਹ ਵੀ ਅੱਜ ਕੱਲ ਜੋ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਜੀ, ਜੇ ਸਿਲੰਡਰ ਹੈ ਵੀ ਨੇ ਆਕਸੀਜਨ ਦੇ ਤੇ ਉਹ VIP ਲਈ ਸਟੋਰ ਨੇ। ਅੱਛਾ ਜੀ। ਵੀ ਜੇ ਕਿਤੇ ਕੋਈ MLA ਬਿਮਾਰ ਹੋ ਗਿਆ, ਕੋਈ ਮੰਤਰੀ ਬਿਮਾਰ ਹੋ ਗਿਆ ਤੇ ਉਹਦੇ ਇਲਾਜ ਵਾਸਤੇ ਵੀ ਇਹ ਸਟੋਰੇਜ ਹੈਗੀ ਆ। ਦੱਸੋ VIP ਕੋਟਾ ਵੀ ਆ। ਚਲੋ ਖੈਰ, ਹੁਣ ਕਰੋਨਾ ਇਹ ਹਾਲਾਤ ਨੇ ਵੀ ਕਰੋਨਾ ਜਿਹੜਾ ਵਾ 에ਅਰ ਸਪਰੈਡ ਵਾ। ਪਹਿਲਾਂ ਕਮਿਊਨਿਟੀ ਸਪਰੈਡ ਸੀ, ਹੁਣ 에ਅਰ ਸਪਰੈਡ ਆ। ਅਗਰ N95 ਮਾਸਕ ਲਾਇਆ ਜਾਂਦਾ, ਉਹ ਪ੍ਰੋਪਰ ਤਰੀਕੇ ਨਾਲ ਲਾਇਆ ਜਾਂਦਾ ਤੇ ਇਹਦਾ ਬਚਾਅ ਹੈ ਵਾ ਜੀ। ਜੇ ਇਹ ਪ੍ਰੋਪਰ ਤਰੀਕੇ ਨਾਲ ਨਹੀਂ ਲੱਗਦਾ ਤੇ ਉਹ N95 ਵੀ ਜੇ ਬੇਸ਼ੱਕ ਮਾਸਕ ਲੱਗਾ ਹੋਵੇ ਤੇ ਉਹਦਾ ਵੀ ਇਲਾਜ ਨਹੀਂ ਹੋਣਾ ਜੀ। ਇਹ ਤਾਂ ਸੀ ਕਰੋਨਾ। ਖਾਸ ਕਰਕੇ ਅੱਜ ਕੱਲ ਪਰੇਸ਼ਾਨੀ ਚੱਲਦੀ ਵੀ ਹੁਣ ਕਿਸਾਨਾਂ ਨੂੰ। ਕਿਸਾਨ ਪਹਿਲਾਂ ਹੀ ਦੁਖੀ ਆ। ਹਾਂਜੀ। ਔਰ ਸਭ ਤੋਂ ਵੱਡੀ ਸੂਬਾ ਸਰਕਾਰ ਨੇ ਇਹਨਾਂ ਨੂੰ ਤੋਹਫਾ ਦਿੱਤਾ, ਕਣਕ ਚੁੱਕਣ ਲੱਗਿਆ ਕਿ ਆੜਤੀਆਂ ਕੋਲ ਜਾਂ ਸਰਕਾਰ ਕੋ ਬਾਰਦਾਨਾ ਹੀ ਨਹੀਂ। ਆੜਤੀਆਂ ਨੂੰ ਕਹਿਤਾ ਤੁਸੀਂ ਲੈ ਆਓ ਜੀ। ਹੁਣ ਇੱਕ ਆੜਤੀ 1.5 ਲੱਖ ਬੋਰੀ ਜਾਂ 2 ਲੱਖ ਬੋਰੀ ਕਿੱਥੋਂ ਲਿਆਵੇ? ਉਹ ਵੀ ਯਕਦਮ ਜੀ। ਉਹਦਾ ਕਰਕੇ ਬਰਸਾਤ ਕਹਿ ਲਓ, ਰੱਬ ਦੀ ਵੀ ਕਰੋਪੀ, ਸਰਕਾਰਾਂ ਦੀ ਵੀ ਕਰੋਪੀ, ਤੇ ਕਿਸਾਨ ਤੇ ਕੋਈ ਲੱਕੋਂ ਫਸ ਗਿਆ। ਜਿਹਦਾ ਕਰਕੇ ਬੜੀ ਲੰਬੀ ਚੌੜੀ ਦਿੱਕਤ ਆ ਰਹੀ ਆ ਜੀ। ਤੇ ਜਿਹੜਾ ਕੱਲ ਦਾ ਪੋਲੀਟੀਕਲ ਬਲਾਸਟ ਹੋਇਆ ਵਾ ਜੀ, ਉਹਦੇ ਨਾਲ ਸਿਆਸੀ ਗਲਿਆਰੇ ਹੋਰ। ਆਹ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਜਿਹੜਾ ਹੋ ਗਿਆ, ਤੁਹਾਡੇ ਇਲਾਕੇ ਦੇ ਨੇ ਮੰਤਰੀ ਜੀ। ਹਾਂ ਬਿਲਕੁਲ ਜੀ। ਉਹ ਤਾਂ ਕਹਿੰਦੇ ਪੇਸ਼ਕਸ਼ ਕੀਤੀ ਹੈ, ਦਿੱਤਾ ਨਹੀਂ। ਇਨਸਾਨੀਅਤ ਨਾਤੇ ਨਹੀਂ ਪੇਸ਼ਕਸ਼ ਜੀ, ਜਿਹੜੇ ਸੂਤਰ ਦੱਸਦੇ ਆ ਵੀ ਉਹਨਾਂ ਨੇ ਲਿਖਤੀ ਦੇ ਦਿੱਤਾ ਵਾ ਅਸਤੀਫਾ। ਜਿਹੜਾ ਮੁੱਖ ਮੰਤਰੀ ਨੂੰ ਇੱਕ ਵਾਰ ਪ੍ਰਾਈਵੇਟ ਚੈਨਲ ਤੇ ਕਿਸੇ ਪੱਤਰਕਾਰ ਦਾ ਫੋਨ ਇਨ ਸੁਣਦਾ ਪਿਆ ਸੀ, ਉਹਨੇ ਕਿਹਾ ਕਿ ਪਹਿਲਾਂ ਮਾਫ ਕਰਨਾ ਗੁਰਮੀਤ ਸੋਢੀ ਨੇ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਨੂੰ ਪਤਾ ਸੀ ਵੀ ਇਹ ਕੰਮ ਹੋਣਾ ਅੱਜ। ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਵੀ ਜਿਹੜਾ ਨਹੀਂ ਸੁਣਿਆ ਗਿਆ। ਔਰ ਜਦੋਂ ਬਹਿਸਬਾਜ਼ੀ ਹੋਈ ਆ ਕੱਲ ਦੀ ਮੀਟਿੰਗ ਦੀ ਖਾਸ ਗੱਲ ਇਹ ਸੀ ਵੀ ਕੋਈ ਵੀ ਸਿਵਾਏ ਮੰਤਰੀਆਂ ਤੋਂ ਤੇ ਮੁੱਖ ਮੰਤਰੀ ਤੋਂ ਇਲਾਵਾ ਕੋਈ ਵੀ ਸਰਕਾਰੀ ਅਧਿਕਾਰੀ ਅੰਦਰ ਮੌਜੂਦ ਨਹੀਂ ਸੀ। ਅੱਛਾ ਜੀ। ਸਾਰਿਆਂ ਨੂੰ ਜਿੱਦਾਂ ਕਿ ਪਹਿਲਾਂ ਜਦੋਂ ਮੀਟਿੰਗ ਹੁੰਦੀ ਹੈ ਕੈਬਨਿਟ 'ਚ, ਅਕਸਰ ਜਿਹੜੇ ਮੰਤਰੀ ਨੇ ਉਹਨਾਂ ਦੇ ਸੈਕਟਰੀ ਤੇ PA ਅੰਦਰ ਰਹਿੰਦੇ ਆ ਜੀ। ਕੱਲ ਉਹ ਵੀ ਬਾਹਰ ਰੱਖੇ ਗਏ ਵੀ ਕੱਲ ਕਿਤੇ ਫੋਨ 'ਚ ਲੀਕ ਨਾ ਹੋ ਜਾਏ ਜਾਂ ਰਿਕਾਰਡਿੰਗ ਨਾ ਹੋ ਜਾਏ ਜਾਂ ਕੁਛ ਏਦਾਂ ਦਾ, ਕਿਉਂਕਿ ਸਰਕਾਰ ਨੂੰ ਪਹਿਲਾਂ ਪਤਾ ਸੀ ਕਿ ਕੱਲ ਇਹ ਕੁਛ ਹੋਣਾ। ਜਿਹੜਾ ਪੁਸ਼ਟੀ ਨਹੀਂ ਆਪਾਂ ਇਸ ਗੱਲ ਦੀ ਕਰਦੇ, ਨਾ ਅਸੀਂ ਇਸ ਗੱਲ ਦੀ ਪ੍ਰੋੜਤਾ ਕਰਦੇ ਹਾਂ ਵੀ ਏਦਾਂ ਹੋਇਆ ਵਾ। ਲੇਕਿਨ ਜਿਹੜੇ ਸੂਤਰ ਦੱਸਦੇ ਨੇ ਜਾਂ ਪ੍ਰਾਈਵੇਟ ਚੈਨਲਾਂ ਦੇ ਅਸੀਂ ਸੁਣਿਆ ਕਿ ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ ਤੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਮੁੱਖ ਮੰਤਰੀ ਨੂੰ ਦਿੱਤਾ ਔਰ ਇਹ ਅਸਤੀਫੇ ਪਾੜ ਦਿੱਤੇ ਗਏ ਨੇ। ਪਰ ਮੈਂ ਗੱਲ ਕਰਾਂਗਾ, ਇਹ ਨਹੀਂ ਕਿ ਮੇਰੇ ਇਲਾਕੇ ਦੇ ਨੇ ਤੇ ਮੈਂ ਇਸ ਲਈ ਉਹਨਾਂ ਦੀ ਗੱਲ ਕਰ ਰਿਹਾ। ਸੁਖਜਿੰਦਰ ਰੰਧਾਵਾ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਤੋਂ ਚਿੰਤਿਤ ਸਨ ਜੀ ਕਿ ਅਸੀਂ 2022 ਦੀਆਂ ਵੋਟਾਂ ਕਿਸ ਮੂੰਹ ਨਾਲ ਲੋਕਾਂ ਕੋਲ ਜਾ ਕੇ ਮੰਗਾਂਗੇ, ਕਿਉਂਕਿ ਬਰਗਾੜੀ ਕਾਂਡ ਤੋਂ ਲੈ ਕੇ ਇਹ ਵੋਟਾਂ ਮੰਗੀਆਂ ਗਈਆਂ ਸੀ। ਇਹ ਮੇਨ ਮੁੱਦਾ ਸੀ, ਇਸੇ ਨੂੰ ਲੈ ਕੇ ਵੋਟਾਂ ਮੰਗੀਆਂ ਗਈਆਂ ਸੀ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ। ਇਹ ਤਾਂ ਦੋਸ਼ੀਆਂ ਦੀ ਪਛਾਣ ਵੀ ਨਹੀਂ ਕਰ ਸਕੇ। ਵੋਟਾਂ ਦਵਾਣੀਆਂ ਦੀ ਵੱਖਰੀ ਗੱਲ ਹੈ, ਪਛਾਣ ਵੀ ਨਹੀਂ ਕਰ ਸਕੇ। ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਂ ਦਾ ਇਸੇ ਤਰ੍ਹਾਂ ਜਾਰੀ ਹੈ। ਜੇਕਰ ਤੁਸੀਂ ਵੀ ਕਿਸੇ ਜ਼ਿਲ੍ਹੇ ਤੋਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਤੁਹਾਡਾ ਬੜਾ ਸਵਾਗਤ ਹੈ। ਰੇਡੀਓ ਪੰਜਾਬ ਟੂਡੇ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਿਆਂ ਤੋਂ ਪੱਤਰਕਾਰਾਂ ਦੀ ਜਿਹੜੀ ਹੈ ਜ਼ਰੂਰਤ ਮਹਿਸੂਸ ਕਰ ਰਿਹਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੇਸ਼ ਤੋਂ ਸਟੂਡੀਓ ਬਣਾ ਕੇ ਸਾਡੇ ਨਾਲ ਜੁੜਨਾ ਚਾਹੁੰਦੇ ਤਾਂ ਤੁਸੀਂ 9780141741 'ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਗੁਰਦਰਸ਼ਨ ਸੰਧੂ ਜੀ ਮੇਰੇ ਨਾਲ ਨੇ। ਗੁਰਦਰਸ਼ਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਸਰ। ਗੁਰਦਰਸ਼ਨ ਜੀ, ਕਰੋਨਾ ਦੀ ਸਥਿਤੀ ਦੀ ਗੱਲ ਕਰੀਏ, ਸਭ ਤੋਂ ਵੱਡੀ ਗੱਲ ਅੱਜ ਦੀ ਘੜੀ ਕਹਿੰਦੇ ਮੰਡੀਆਂ 'ਚ ਬਾਰਦਾਨਾ ਤੇ ਹਸਪਤਾਲਾਂ 'ਚ ਆਕਸੀਜਨ, ਦੋ ਚੀਜ਼ਾਂ ਦੀ ਕਮੀ ਨਾਲ ਦੋ ਚਾਰ ਹੋ ਰਿਹਾ ਪੰਜਾਬ ਜੀ। ਬਿਲਕੁਲ ਜੀ। ਜੇ ਹੁਣੇ ਤਾਜ਼ਾ ਗੱਲ ਮੈਂ ਫਿਲਹਾਲ ਕਰ ਦੇਵਾਂ ਤੇ ਜਿਵੇਂ ਅੱਜ ਗਵਰਨਮੈਂਟ ਨੇ ਜਿਹੜਾ ਅਨਾਉਂਸ ਕੀਤਾ ਸੀਗਾ ਕਿ 5 ਵਜੇ ਤੋਂ ਬਾਅਦ ਜਿਹੜਾ 6 ਵਜੇ ਤੋਂ ਬਾਅਦ ਜਿਹੜਾ ਹੈਗਾ ਬਾਜ਼ਾਰ ਬੰਦ ਅੱਜ ਤੋਂ ਜਿਹੜਾ ਲਾਗੂ ਆ। ਹੁਣੇ ਜਿਹੜੀ ਹੈਗੀ ਫਿਰੋਜ਼ਪੁਰ ਦੀ ਪੁਲਿਸ ਨੇ ਫਿਰੋਜ਼ਪੁਰ ਦੇ ਬਾਜ਼ਾਰ ਬੰਦ ਕਰਾਉਣੇ ਸ਼ੁਰੂ ਕਰ ਦਿੱਤੇ ਆ। ਇਹ ਹੁਣੇ ਮੈਸੇਜ ਜਿਹੜਾ ਇੱਕ ਆ ਗਿਆ ਸੀਗਾ। ਬਾਕੀ ਜੇ ਕਰੋਨਾ ਦੀ ਗੱਲ ਕਰਾਂ ਤਾਂ ਕਰੋਨਾ ਦੇ ਕੇਸ ਜਿਹੜੇ ਹੈਗੇ ਆ ਉਹ ਫਿਰੋਜ਼ਪੁਰ ਦੇ ਵਿੱਚ ਵੀ ਵੱਧ ਰਹੇ ਆ। ਜਦੋਂ ਤੋਂ ਆ ਦੁਬਾਰਾ ਜਿਹੜਾ ਹੈਗਾ ਡਬਲ ਪ੍ਰਕੋਪ ਜਿਹੜਾ ਸ਼ੁਰੂ ਹੋਇਆ, ਪੋਜ਼ਿਟਿਵ ਕੇਸ ਹੁਣ ਤੱਕ 7248 ਆ, ਜਿਨ੍ਹਾਂ ਚੋਂ 5971 ਜਿਹੜੇ ਰਿਕਵਰ ਹੋ ਗਿਆ। ਐਕਟਿਵ ਕੇਸ ਅਜੇ ਵੀ 1000 ਦੇ ਕਰੀਬ 1072 ਕੇਸ ਐਕਟਿਵ ਹੈਗੇ ਤੇ ਜਿਹੜੇ ਨੈਗੇਟਿਵ ਜੋ ਰਿਪੋਰਟਾਂ ਇਹਨਾਂ ਨੇ ਲਈਆਂ ਸੀਗੀਆਂ, ਟੈਸਟ ਕੀਤੇ ਸੀ, ਉਹ 1,19,057 ਜਿਹੜੇ ਉਹਨਾਂ ਚੋਂ ਨੈਗੇਟਿਵ ਜਿਹੜੇ ਪਾਏ ਗਏ
ਜਾਂ ਨੈਗੇਟਿਵ ਹੋ ਗਏ। ਹੂੰ 867 ਜਿਹੜੇ ਅਜੇ ਵੇਟਡ ਆ। ਅੱਜ 4 ਡੈਥ ਜਿਹੜੀਆਂ ਹੋਈਆਂ ਨੇ, ਜਿਹੜੀਆਂ ਕਿ ਫਿਰੋਜ਼ਪੁਰ ਦੇ ਨਾਲ ਲੱਗਦੇ ਕਸਬਿਆਂ ਤੇ ਫਿਰੋਜ਼ਪੁਰ ਹੋਈਆਂ। 2 ਫਿਰੋਜ਼ਪੁਰ, ਇੱਕ ਫਿਰੋਜ਼ਪੁਰ ਦੀ ਆ, ਇੱਕ ਫਿਰੋਜ਼ਸ਼ਾਹ, ਕੱਸੋਆਣਾ, ਮਮਦੋਟ, ਇਹਨਾਂ ਏਰੀਆ ਦੀਆਂ ਜਿਹੜੀਆਂ 4 ਮੌਤਾਂ ਹੋਈਆਂ। ਤੇ ਇਹ ਜਿਹੜੇ 46, 65, 70, 82 ਇਸ ਉਮਰ ਦੇ ਜਿਹੜੇ ਇਹ ਚਾਰੇ ਜਿਹੜੇ ਮ੍ਰਿਤਕ ਜਿਹੜੇ ਹੈਗੇ ਸੀਗੇ, ਜਿਹੜੇ ਜਿਨ੍ਹਾਂ ਨੂੰ ਕਰੋਨਾ ਪੀੜਤ ਦੇ ਨਾਲ ਜਿਹੜੀ ਲਿਸਟ ਅੱਜ ਆਈ ਆ, ਉਹਦੇ ਚ ਦੱਸ ਕੇ ਜਿਹੜਾ ਅੱਜ ਦੀ ਰਿਪੋਰਟ ਸਿਹਤ ਵਿਭਾਗ ਨੇ ਭੇਜੀ ਆ ਜੀ। ਤਾਂ ਬਾਕੀ ਹੁਣ ਜਿਹੜਾ ਹੈਗਾ, ਪਰ ਕੋਈ ਲੋਕ ਸਿਆਣੇ ਆ, ਮਾਸਕ ਜਿਹੜਾ ਹੈਗਾ ਪਹਿਨ ਕੇ ਹੀ ਤਕਰੀਬਨ ਲੋਕ ਜਿਹੜਾ ਸੜਕਾਂ ਦੇ ਉੱਪਰ ਦਿਖਦੇ ਆ, ਕਿਉਂਕਿ ਪੁਲਿਸ ਦਾ ਵੀ ਸਖਤ ਹਦਾਇਤਾਂ ਤਾਂ ਹੈਗੀਆਂ ਨਾਲ ਜਿਹੜੇ ਵੱਡੇ ਚਲਾਨਾਂ ਤੋਂ ਡਰਦੇ ਵੀ ਲੋਕ ਜਿਹੜੇ ਆ ਉਹ ਆਪਦੇ ਆਪ ਨੂੰ ਸੇਫ ਰੱਖਣ ਲੱਗ ਗਏ ਆ, ਸਿਆਣੇ ਹੋ ਗਏ ਆ। ਤੇ ਉਹਦੇ ਨਾਲ ਚੰਗਾ ਵੀ ਹੈ, ਕਿਉਂਕਿ ਸਿਹਤ ਸਭ ਤੋਂ ਪਹਿਲਾਂ ਸਿਹਤ ਹੈ। ਜੇ ਸਾਡਾ ਸਿਹਤ ਤੇ ਪਰਿਵਾਰ ਬਚਿਆ ਤਾਂ ਹੀ ਜਿਹੜਾ ਹੈਗਾ ਅਸੀਂ ਅੱਗੇ ਸਰਵਾਈਵ ਕਰ ਪਾਵਾਂਗੇ ਜੀ। ਅੱਛਾ, ਬਿਲਕੁਲ। ਇੱਕ ਜਿਵੇਂ ਤੁਸੀਂ ਗੱਲ ਕੀ, ਕਾਲਾ ਬਾਜ਼ਾਰੀ ਦੀਆਂ ਖਬਰਾਂ ਬੜੀਆਂ ਆ ਰਹੀਆਂ, ਤੇ ਦੂਜੇ ਪਾਸੇ ਮਾਸਕਾਂ ਦੇ ਫਿਰ ਰੇਟ ਜਿਹੜੇ ਆ ਕਈ ਗੁਣਾ ਬਾਜ਼ਾਰ ਦੇ ਵਿੱਚ ਵੱਧ ਗਏ ਨੇ, ਮਹਿੰਗਾਈ ਬੜੀ ਵੱਧ ਗਈ ਹੈ। ਇਹਦੇ ਬਾਰੇ ਕੀ ਅਪਡੇਟਸ ਨੇ? ਵੇਖੋ ਦਾਣੇ ਵਾਲੇ ਸਾਹਿਬ, ਮੈਂ ਨਾ ਉਹ ਅੱਗੇ ਵੀ ਗਰਮ ਬੋਲ ਜਾਣਾ, ਕਈ ਵਾਰ ਗੱਲ ਕੀਤੀ ਹੈ। ਹੁਣ ਇੱਕ ਧਿਰ ਹੈਗੀ ਆ 2% ਵਾਲੇ, ਜਦੋਂ ਕੋਈ ਆਫਤ ਆਉਂਦੀ ਉਹ ਲੰਗਰ ਲਾ ਦਿੰਦੇ ਆ, 2% ਕਹਿੰਦੇ ਸੀਗੇ, ਹਨਾ ਜੀ। ਤੇ ਹੁਣ ਜਦੋਂ ਕੋਈ ਆਫਤ ਆਉਂਦੀ ਹੈ ਤੇ ਬਾਜ਼ਾਰਾਂ ਵਾਲੇ ਰੇਟ ਕਿਉਂ ਵਧਾ ਦਿੰਦੇ ਆ ਵੀ ਉਹ ਲੰਗਰ ਕਿਉਂ ਨਹੀਂ ਲਾਉਂਦੇ? ਠੀਕ ਹੈ ਨਾ ਜੀ। ਹੁਣ ਜੇ ਬਾਜ਼ਾਰ ਦੇ ਵਿੱਚ ਉਹ ਪਤਾ ਨਹੀਂ ਜਿਹੜਾ ਵੀ ਆ ਉਹ ਵਪਾਰੀ ਵਰਗ ਆ ਜਿਹੜਾ, ਉਹ ਹਰ ਚੀਜ਼ ਦੇ ਰੇਟ ਵਧਾ ਦਿੰਦਾ ਹੈ। ਦਾਨੇ ਵਾਲੇ ਸਾਹਿਬ, ਜਦੋਂ ਦਾ ਕਰੋਨਾ ਪ੍ਰਕੋਪ ਸ਼ੁਰੂ ਹੋਇਆ ਤਾਂ ਜਦੋਂ ਦੇ ਕਿਸਾਨ ਜਿਹੜਾ ਧਰਨੇ ਤੇ ਬੈਠਿਆ, ਜਿਹੜੀ ਪਾਈਪ ਹੁੰਦੀ ਹੈ ਆਪਣੀ ਬੋਰ ਕਰਨ ਵਾਲੀ ਪਾਈਪ, ਉਹ ਜਿਹੜੀ 1000 ਰੁਪਏ ਦੀ ਪਾਈਪ ਸੀ ਉਹ 2300 2400 ਰੁਪਏ ਦੀਆਂ ਪਾਈਪਾਂ ਹੋ ਗਈਆਂ। ਯਾਨੀ ਇੱਕ ਪੂਰਾ ਹੀ ਨਾਲ ਹੋਰ ਜਿਹੜਾ ਉਹਨਾਂ ਦੇ ਜੁੜ ਗਿਆ, ਡਬਲ ਰੇਟ ਹੋ ਗਏ ਜਿਹੜੇ। ਕੋਈ ਵੀ ਪਾਈਪ ਤੁਸੀਂ ਬਾਜ਼ਾਰ ਦੇ ਵਿੱਚ ਲੈ, ਕਿਉਂਕਿ ਪਾਈਪ ਦੀ ਸਾਰੀ ਜਿਹੜੀ ਹੈਗੀ ਦਾਰੋਮਦਾਰ ਔਰ ਰਿਲਾਇੰਸ ਕੋਲੇ ਆ। ਜਿਹੜਾ ਕੱਚਾ ਮਟੀਰੀਅਲ ਹੈਗਾ ਉਹ ਰਿਲਾਇੰਸ ਜਿਹੜਾ ਪ੍ਰੋਵਾਈਡ ਕਰਦਾ ਪੂਰੇ ਆਪਣੇ ਹਿੰਦੁਸਤਾਨ ਨੂੰ, ਭਾਰਤ ਨੂੰ। ਤਾਂ ਉਹਦੀ ਜੇ ਰਿਲਾਇੰਸ ਦੇ ਹੁਣ ਰੇਟ ਜਿਹੜੇ ਤੁਸੀਂ ਮਾਸਕਾਂ ਦੀ ਗੱਲ ਕੀਤੀ ਹੈ, ਹੁਣ ਮਾਸਕ ਵੀ ਉਹੀ ਗੱਲ ਹੈ ਨਾ, ਅੱਜ ਜ਼ਰੂਰਤ ਹੈ ਲੋਕਾਂ ਦੀ ਜੀ। ਉਹ ਇੱਕ ਵਾਰ ਯੂਜ਼ ਕਰ ਲੈਣਗੇ, 2 ਵਾਰ ਯੂਜ਼ ਕਰ ਲੈਣਗੇ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਾਸਕ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਰੇਟ ਚੱਕ ਦਿੱਤੇ। ਫਿਰੋਜ਼ਪੁਰ ਵੀ ਇਹੀ ਹਾਲਾਤ ਨੇ ਜੀ। ਜੀ ਹਾਂ। ਤੇ ਮੰਡੀਆਂ ਦੇ ਵਿੱਚ ਕੀ ਹਾਲਾਤ ਨੇ ਜੀ? ਮੰਡੀਆਂ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਗੱਲਾਂ ਕਹਿਣ ਨੂੰ ਹੋਰ ਹੁੰਦੀਆਂ ਤੇ ਕਰਨ ਵਾਲੀਆਂ ਹੋਰ ਹੁੰਦੀਆਂ ਨੇ। ਹੁਣੇ ਮੈਂ ਜਦੋਂ ਮੈਨੂੰ ਪਤਾ ਸੀਗਾ ਅੱਜ ਮੰਡੀਆਂ ਬਾਰੇ ਰਿਪੋਰਟ ਤੇ ਬੋਲਣਾ, ਫਿਰ ਮੰਡੀਆਂ ਬਾਰੇ ਰਿਪੋਰਟ ਲਈ ਜਦੋਂ, ਤਾਂ ਆਰਟੀਏ ਬਹੁਤ ਚੀਕੇ, ਬਹੁਤ ਪਿੱਟੇ, ਕਹਿੰਦੇ ਇਹੋ ਜੀ ਕਦੀ ਨਹੀਂ ਹੋਈ ਜਿੰਨੀ ਇਸ ਵਾਰ ਹੋਈ ਆ। ਇਹ ਮੈਂ ਗੱਲ ਕਰਦਾ ਪਿਆ ਮੱਲਾਂਵਾਲਾ ਤੇ ਫਿਰੋਜ਼ਪੁਰ ਸ਼ਹਿਰੀ ਏਰੀਏ ਦੀਆਂ ਮੰਡੀਆਂ ਦੀ, ਜਿਨ੍ਹਾਂ 3-4 ਮੰਡੀਆਂ 'ਚ ਰਿਪੋਰਟ ਲਈ। ਉਹਨਾਂ ਕਿਹਾ ਵੀ ਸਾਡੇ ਕੋਲੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਕੇ ਵੜੇ ਹੀ ਨਹੀਂ ਜੀ। ਕੋਰੋਨਾ ਦੇ ਪ੍ਰਕੋਪ ਨੂੰ ਲੈ ਕੇ ਪ੍ਰੀਕਾਸ਼ਨ ਤਾਂ ਉਹਨਾਂ ਦੱਸਣੇ ਕੀ ਸੀ, ਮਾਸਕ ਤਾਂ ਦੇਣੇ ਕੀ ਸੀ, ਸੈਨੀਟਾਈਜ਼ਰ ਤਾਂ ਦੇਣੇ ਕੀ ਸੀ। ਇਸ ਵਾਰ ਪਾਣੀ ਵੀ ਪੀਣ ਨੂੰ ਨਹੀਂ ਮਿਲਿਆ ਕਿਸਾਨਾਂ ਨੂੰ ਜੀ। ਤਾਂ ਇੱਕ ਗੱਲ ਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ, ਸਰੋਤੇ ਕਹਿਣਗੇ ਵਾਰ-ਵਾਰ ਉਸੇ ਗੱਲ ਦਾ ਕਰਦਾ, ਇਸ ਵਾਰ ਵੀ ਜਿਹੜੇ ਪਹਿਲਾਂ ਬੋਰ ਕੀਤੇ ਹੋਏ ਸੀ 60-70 ਫੁੱਟ ਜਿਹੜਾ ਗੰਦਾ ਪਾਣੀ ਆ, ਉਹਨਾਂ ਮੋਰੀਆਂ ਦੇ ਵਿੱਚ ਜਾਂ ਉਹਨਾਂ ਬੋਰਾਂ ਦੇ ਵਿੱਚ ਪਾਈਪ ਪਾ ਕੇ ਨਲਕੇ ਜਿਹੜੇ ਉਹ ਚਾਲੂ ਕੀਤੇ, ਪਰ ਉੱਥੋਂ ਕਿਸੇ ਨੇ ਪਾਣੀ ਨਹੀਂ ਪੀਤਾ। ਜਿਹੜਾ ਮੈਨੂੰ ਆੜ੍ਹਤੀਆਂ ਨੇ ਦੱਸਿਆ, ਨਾਂ ਨਹੀਂ ਲਵਾਂਗਾ ਮੈਂ ਜੀ। ਠੀਕ ਹੈ। ਜਿਹੜੇ ਨਲਕੇ ਉੱਥੇ ਕੋਈ ਪੁਰਾਣੇ ਲੱਗੇ ਹੋਏ ਸੀਗੇ, ਉਹਨਾਂ ਕਿਉਂਕਿ ਉਹ ਨਲਕੇ ਚਾਲੂ ਹਾਲਤ ਵਿੱਚ ਨਹੀਂ ਹੁੰਦੇ, 6-6 ਮਹੀਨੇ ਉਹਨਾਂ ਨੂੰ ਕੋਈ ਹੱਥ ਨਹੀਂ ਲਾਉਂਦਾ। ਉਹਨਾਂ ਦੇ ਵਿੱਚ ਜੰਗਾਲ ਹੀ ਇੰਨਾ ਪੈ ਜਾਂਦਾ ਕਿ ਉਹ ਜਿੰਨੇ ਚਿਰ ਨੂੰ ਪਾਣੀ ਸਾਫ਼ ਹੁੰਦਾ ਉਹਨਾਂ ਚਿਰ ਨੂੰ ਮੰਡੀ ਖਤਮ ਹੋ ਜਾਂਦੀ। ਆਹੀ ਤਾਂ ਰੌਲਾ ਨਾ ਜੀ, ਆਹੀ ਤਾਂ ਬਸ ਪੁੱਛੋ। ਠੀਕ ਹੈ ਜੀ। ਤੇ ਸੈਨੀਟਾਈਜ਼ਰ ਤਾਂ ਉਹਨਾਂ ਮੈਂ ਕਿਹਾ ਦੇਣੇ ਕੀ ਸੀ, ਮਾਰਕੀਟ ਕਮੇਟੀ ਨੇ ਬਿਜਲੀ ਤੱਕ ਨਹੀਂ ਇਸ ਵਾਰ ਦਿੱਤੀ। ਜਿਹੜੀਆਂ ਲਾਈਟਾਂ ਲਾਈਆਂ ਸੀਗੀਆਂ ਉਹ ਵੀ ਕਿਸਾਨਾਂ ਨੇ ਤੇ ਆੜ੍ਹਤੀਆਂ ਨੇ ਆਪਦੇ ਕੋਲੋਂ ਲਾਈਆਂ। ਫਿਰ ਹਜੇ ਕਹਿੰਦੇ ਕਿ ਜਿਹੜਾ ਆੜ੍ਹਤੀਆਂ ਨੂੰ ਵਿੱਚੋਂ ਕੱਢ ਦਿਓ। ਇਹੀ ਗੱਲ ਹੈ ਨਾ ਜੀ। ਫਿਰ ਕੀਤਾ ਕੀ, ਇਸ ਵਾਰ ਮਾਰਕੀਟ ਕਮੇਟੀ ਜਿਹੜੀ ਆ ਉਹ ਤਾਂ ਪਹੁੰਚੀ ਨਹੀਂ। ਠੀਕ ਹੈ। ਬਾਕੀ ਜਿਹੜਾ ਮਹਿਕਮੇ ਦੀ ਜਿਹੜੀ ਅੱਜ ਦੀ ਰਿਪੋਰਟ ਆ, ਉਹ ਕਹਿੰਦੇ ਵੀ 6,37,603 ਮੀਟ੍ਰਿਕ ਟਨ ਜਿਹੜੀ ਕਣਕ ਅਸੀਂ ਖਰੀਦ ਲਈ ਹੈ ਤੇ 696 ਕਰੋੜ ਰੁਪਇਆ ਜਿਹੜਾ ਉਹ ਅਸੀਂ ਆਨਲਾਈਨ ਅਦਾਇਗੀ ਕਰ ਦਿੱਤੀ ਹੈ ਜੀ। ਤੇ ਉਹਦੇ ਤੇ ਵੀ ਕਿਸਾਨ ਬੜੇ ਪਰੇਸ਼ਾਨ ਨੇ, ਆੜ੍ਹਤੀਏ ਵੀ ਪਰੇਸ਼ਾਨ ਨੇ ਵੀ ਜਿਹੜੇ ਕਿਸਾਨ, ਚਲੋ ਆੜ੍ਹਤੀਏ ਤੇ ਕਿਸਾਨ ਦਾ ਇੱਕ ਆਪਸੀ ਜਿਹੜਾ ਬੜਾ 9 ਮਾਸ ਦਾ ਰਿਸ਼ਤਾ ਹੁੰਦਾ। ਜਿਹੜਾ ਕਿਸਾਨ ਉਹ ਆੜ੍ਹਤੀਏ ਤੋਂ ਬਿਨਾਂ ਨਹੀਂ ਜੀ ਸਕਦਾ। ਮੱਧ ਵਰਗੀ ਕਿਸਾਨ ਹੁੰਦਾ, ਉਹਨੂੰ ਇਹੋ ਜਿਹੇ ਦੌਰ ਦੇ ਵਿੱਚ ਜਾ ਕੇ ਵੀ ਆੜ੍ਹਤੀਏ ਕੋਲੋਂ ਪੈਸੇ ਮੰਗਣੇ ਪੈਂਦੇ ਜਦੋਂ ਕਿਤੇ ਉਹਨਾਂ ਹੱਥ ਨਹੀਂ ਹੁੰਦਾ ਕੋਈ ਫੜਦਾ ਜੀ। ਹੁਣ ਜਿਹੜੀ ਉਹ ਸਿੱਧੀ ਅਦਾਇਗੀ ਹੋਈ ਆ, ਉਹਦੇ ਨਾਲ ਜਿਹੜਾ ਆਪਸੀ ਡਿਸਪਿਊਟ ਜਿਹੜਾ ਹੈ ਉਹ ਦੇਖਿਆ ਜੀ ਤੁਸੀਂ 2-4 ਦਿਨਾਂ ਦੇ ਵਿੱਚ। ਇਹ ਵੀ ਰਿਪੋਰਟਾਂ ਆਪਾਂ ਸ਼ੇਅਰ ਕਰਾਂਗੇ ਕਿ ਫਲਾਣੇ ਇਲਾਕੇ ਦੇ ਵਿੱਚ ਆ ਕੁਝ ਹੋਇਆ। ਆੜ੍ਹਤੀਏ ਤੇ ਕਿਸਾਨਾਂ ਦਾ ਜਿਹੜਾ ਆਪਸੀ ਡਿਸਪਿਊਟ ਵਧਿਆ, ਉਹਨਾਂ ਨੇ ਪੈਸੇ ਲੈਣੇ ਸੀ, ਉਹਨਾਂ ਦੇ ਖਾਤੇ 'ਚ ਆ ਗਏ ਤੇ ਉਹਨਾਂ ਨੇ ਕਿਸਾਨਾਂ ਨੇ ਦਿੱਤੇ ਨਹੀਂ। ਇਸ ਚੀਜ਼ ਬਾਕੀ ਚਲੋ ਪਨ ਗ੍ਰੇਨ ਮਾਰਕਫੈਡ ਵਗੈਰਾ ਇਹਨਾਂ ਸਾਰਿਆਂ ਨੇ ਰਲਾ ਲੂ ਕੇ ਜਿਹੜੀ ਖਰੀਦ ਕੀਤੀ ਹੈ, ਪਨਸਪ ਵਗੈਰਾ ਵੇਅਰ ਹਾਊਸ ਨੇ ਜੀ, ਉਹ 6,37,603 ਮੀਟ੍ਰਿਕ ਟਨ ਕੀਤੀ ਆ। ਅਦਾਇਗੀ ਵੀ ਕਰਤੀ 696 ਕਹਿੰਦੇ ਆ। ਪਰ ਕਿਸਾਨਾਂ ਤੇ ਆੜ੍ਹਤੀਆਂ ਦੀ ਪਰੇਸ਼ਾਨੀ ਜਿਹੜੀ ਆਪਾਂ ਜ਼ਿਕਰ ਕੀਤੀ ਹੈ, ਜਿਹੜੀ ਕਰੋਨਾ ਦੀ ਗੱਲ ਕਹਿੰਦੇ ਸੀ ਕਿ ਸੋਸ਼ਲ ਡਿਸਟੈਂਸ ਅਸੀਂ ਉੱਥੇ ਮੇਨਟੇਨ ਰੱਖਾਂਗੇ, ਉੱਥੇ ਅਸੀਂ ਸੈਨੀਟਾਈਜ਼ਰ ਸਾਰਾ ਕੁਝ, ਕਰੋਨਾ ਦਾ ਜਿਹੜਾ ਅਸੀਂ ਉੱਥੇ ਪ੍ਰਕੋਪ ਨਾ ਫੈਲੇ, ਉਹ ਕੱਖ ਵੀ ਨਹੀਂ ਦਿਸਿਆ। ਲੇਬਰ ਤੇ ਕਿਸਾਨ ਤੇ ਆੜ੍ਹਤੀਏ ਸਾਰੇ ਪਰੇਸ਼ਾਨ ਰਹੇ ਨੇ।
ਜਿੱਥੇ ਕੇਂਦਰ ਸਰਕਾਰ ਤੋਂ ਕਿਸਾਨ ਪਰੇਸ਼ਾਨ ਆ, ਉੱਥੇ ਪੰਜਾਬ ਸਰਕਾਰ ਨੇ ਵੀ ਐਤਕੀ ਬਹੁਤੀ ਚੰਗੀ ਨਹੀਂ ਕੀਤੀ ਕਿਸਾਨਾਂ ਨਾਲ। ਜੀ ਜੀ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਧੰਨਵਾਦ ਗੁਰਦਰਸ਼ਨ ਜੀ। ਤੇ ਹੁਣ ਆਪਾਂ ਰੁਕ ਕਰਦੇ ਹਾਂ ਬਰਨਾਲੇ ਦਾ। ਕਮਲਜੀਤ ਸੰਧੂ ਮੇਰੇ ਨਾਲ ਨੇ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਮਲਜੀਤ ਜੀ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੇ, ਹਸਪਤਾਲਾਂ ਦੇ ਵਿੱਚ ਕੀ ਸਥਿਤੀ ਹੈ ਜੀ? ਮਰੀਜ਼ਾਂ ਦੀ ਕੀ ਸਥਿਤੀ ਹੈ? ਘਰਾਂ 'ਚ ਕੁਆਰੰਟਾਈਨ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਜਾਂ ਨਹੀਂ? ਜੀ ਜੀ ਬਿਲਕੁਲ, ਜਿਹੜੇ ਹਸਪਤਾਲ ਦੀ ਜਿਹੜੀ ਸਥਿਤੀ ਆ ਉਹ ਕੋਈ ਬੜੀ ਚੰਗੀ ਸਥਿਤੀ ਨਹੀਂ, ਕਿਉਂਕਿ ਜਿਹੜਾ ਇੱਥੇ ਕੋਵਿਡ ਸੈਂਟਰ ਬਣਾਇਆ ਗਾ ਉਹਦੇ ਵਿੱਚ ਸਿਰਫ 50 ਤੋਂ ਘੱਟ ਜਿਹੜੇ ਪੇਸ਼ੈਂਟ ਨੇ ਉੱਥੇ ਰਹਿ ਸਕਦੇ ਨੇ। ਜ਼ਿਆਦਾਤਰ ਜਿਹੜੇ ਮਰੀਜ਼ ਨੇ ਉਹ ਘਰਾਂ ਦੇ ਵਿੱਚ ਹੀ ਜਿਹੜੇ ਉਹਨਾਂ ਨੂੰ ਰੱਖਿਆ ਗਿਆ ਹੈਗਾ, ਉੱਥੇ ਜਾ ਕੇ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਹੈਗਾ। ਜੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜੇ ਬਰਨਾਲਾ ਸ਼ਹਿਰ ਦੀ ਗੱਲ ਕਰੀਏ, ਬਰਨਾਲੇ ਦੇ ਵਿੱਚ ਜਿਹੜਾ ਹਸਪੀਟਲ ਉਹ ਸਿਰਫ 50 ਬੈੱਡ ਵਾਲਾ ਹਸਪੀਟਲ ਆ। ਮਰੀਜ਼ ਇੱਕ ਦਿਨ ਦੇ ਵਿੱਚ ਅੱਜ 48 ਮਰੀਜ਼ ਆਏ ਨੇ, ਕੱਲ 127 ਆਏ ਸੀਗੇ। ਇਸ ਕਰਕੇ ਸਿਹਤ ਸਹੂਲਤਾਂ ਦੀ ਜਿਹੜੀ ਕਮੀ ਹੈਗੀ ਉਹ ਤਾਂ ਦੇਖਣ ਨੂੰ ਮਿਲ ਰਹੀ ਹੈ। ਇਹਦੇ ਤੋਂ ਤਾਂ ਕੋਈ ਉਹ ਦੋ ਰਾਏ ਨਹੀਂ ਸੀ ਹੈਗੀ ਵੀ ਜਿਹੜੀ ਵੱਖ-ਵੱਖ ਡਾਕਟਰਾਂ ਦੀ ਕਮੀ ਹੈ ਜਾਂ ਹੋਰ ਜਿਵੇਂ NRHM ਦੇ ਹੈਲਥ ਦੇ ਜਿਹੜੇ ਕਾਮੇ ਸੀਗੇ ਉਹ ਵੀ ਆਪਦੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਤੋਂ ਸਟ੍ਰਾਈਕ ਉੱਤੇ ਬੈਠੇ ਨੇ। ਉਹਦੇ ਕਰਕੇ ਵੀ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਜਿਵੇਂ ਜਿਸ ਤਰ੍ਹਾਂ ਮਰੀਜ਼ ਆ ਰਹੇ ਨੇਗੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਹੋਰ ਵੀ ਜਿਹੜੀ ਗੰਭੀਰ ਆ ਉਹ ਬਣਨ ਦੀ ਸੰਭਾਵਨਾ ਬਣੀ ਪਈ ਹੈ। ਜੀ ਜੀ, ਤੇ ਮੰਡੀਆਂ ਦੀ ਸਥਿਤੀ ਕੀ ਹੈ ਜੀ? ਮੰਡੀਆਂ ਦੇ ਜੀ ਜੇ ਸਥਿਤੀ ਮੰਡੀਆਂ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਿਉਂਕਿ ਇਸ ਵਾਰ 12 ਅਪ੍ਰੈਲ ਨੂੰ ਜਿਹੜੀ ਕਣਕ ਦੀ ਖਰੀਦ ਸ਼ੁਰੂ ਹੋਈ ਆ, 12 ਦਿਨ ਤਕਰੀਬਨ ਲੇਟ ਸ਼ੁਰੂ ਹੋਈ ਆ। ਪਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ 26 ਤਰੀਕ ਦੇ ਵਿੱਚ ਤਾਂ ਜਿਹੜਾ 3,30,000 ਮੀਟਰ ਟਾਣਾ ਜਿਹੜੀ ਇਹਦੇ ਵਿੱਚ ਆਮਦ ਆ ਜਿਹੜੀ ਨਹੀਂ 3,60,000 3,60,000 ਟਾਣਾ ਜਿਹੜੀ ਆਮਦ ਆ ਗਈ ਉਹਨੂੰ, ਉਹਦੇ ਵਿੱਚੋਂ 3,30,00,000 ਟਨ ਜਿਹੜੀ ਕਣਕ ਆ ਉਹਦੀ ਖਰੀਦ ਹੋਣ ਦੀ ਜਿਹੜੀ ਪੁਸ਼ਟੀ ਆ ਉਹ ਅੱਜ ਸਰਕਾਰੀ ਵਿਭਾਗ ਵੱਲੋਂ, ਲੋਕ ਸੰਪਰਕ ਵਿਭਾਗ ਵੱਲੋਂ ਕੀਤੀ ਗਈ ਹੈ। ਤੇ ਜਿਹਦੀ 427 ਕਰੋੜ ਰੁਪਇਆ ਕੀਮਤ ਆ ਜਿਹੜੀ ਉਹ ਵੀ ਇਹਨਾਂ ਨੇ ਦਾਅਵਾ ਕੀਤਾ ਗਿਆ ਵੀ ਸਿੱਧੀ ਅਦਾਇਗੀ ਹੈ ਜਿਹੜੀ ਉਹ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਆ ਵੀ ਆਉਣ ਵਾਲੇ 5-4 ਦਿਨਾਂ ਦੇ ਵਿੱਚ ਤਕਰੀਬਨ ਜਿਹੜਾ ਮੰਡੀ ਦਾ ਸੀਜ਼ਨ ਆ ਉਹ ਨੇਪਰੇ ਚੜ੍ਹ ਜਾਊਗਾ। ਪਰ ਜੇ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੀ ਗੱਲ ਕਰੀਏ, ਜਿਸ ਤਰ੍ਹਾਂ ਪਹਿਲਾਂ ਵੀ ਬਾਈ ਦੱਸ ਰਹੇ ਸੀਗੇ, ਉਸੇ ਤਰ੍ਹਾਂ ਹੀ ਦਾ ਪ੍ਰਬੰਧ ਇੱਥੇ ਨੇਗੇ ਵੀ ਮਾਰਕੀਟ ਕਮੇਟੀ ਨੇ ਜਿਹੜੀ ਜ਼ਿੰਮੇਵਾਰੀ ਹੁੰਦੀ ਹੈਗੀ, ਕੋਈ ਉਹਨਾਂ ਨੇ ਤਰਪਾਲਾਂ ਦਾ ਇੰਤਜ਼ਾਮ ਕਰਨਾ, ਜੇ ਜਿਵੇਂ ਮੀਂਹ ਵੀ ਪਿਆ ਗਾ ਜਾਂ ਪਾਣੀ ਦਾ ਪ੍ਰਬੰਧ ਕਰਨਾ, ਇਸੇ ਤਰ੍ਹਾਂ ਦਾ ਜਿਹੜਾ ਪ੍ਰਬੰਧ ਆ ਉਹ ਸ਼ਹਿਰ ਦੀਆਂ ਮੰਡੀਆਂ 'ਚ ਨਹੀਂ ਹੋ ਸਕਿਆ, ਪਿੰਡਾਂ 'ਚ ਤਾਂ ਹੋਣਾ ਬਹੁਤ ਦੂਰ ਦੀ ਗੱਲ ਹੈ ਜੀ। ਉਹਦੇ ਕਰਕੇ ਆੜ੍ਹਤੀਆਂ ਨੂੰ ਤੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤੇ ਜਿਹੜੀ ਕਣਕ ਦੀ ਖਰੀਦ ਆ ਜਿਹੜੀ 12 ਦਿਨ ਲੇਟ ਸ਼ੁਰੂ ਹੋਈ ਆ, ਪਹਿਲੇ ਵਾਰੀ ਤੋਂ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਸੀ, ਉਹਦੇ ਕਰਕੇ ਵੀ ਕਾਫੀ ਦਿੱਕਤ ਆਈ ਆ। ਤੇ ਕੁਛ ਵਿੱਚ ਦੀ ਮੀਂਹ ਵੀ ਪਿਆ ਗਾ, ਉਹਦੇ ਕਰਕੇ ਵੀ ਕੰਮ ਰੁਕਿਆ ਗਾ। ਤੇ ਹਜੇ ਜਾਣੀ ਕਿਸਾਨ ਆ ਜਿਹੜੇ ਹਜੇ ਵੀ ਮੰਡੀਆਂ ਦੇ ਵਿੱਚ ਬੈਠੇ ਨੇ। ਤਕਰੀਬਨ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਇਸ ਵਾਰ ਕਣਕ ਵੇਚਣ ਦੇ ਵਿੱਚ, ਕਿਉਂਕਿ ਕਣਕ ਵੇਚਣ 'ਚ ਖੱਜਲ ਖੁਆਰੀ ਹੋ ਰਹੀ ਹੈ ਤੇ ਕਿਸਾਨਾਂ ਨੂੰ ਇੱਕ ਇਹ ਵੀ ਵੱਡੀ ਚਿੰਤਾ ਕਿ ਕਣਕ ਤਾਂ ਇੱਕ ਤਾਂ ਝੋਨੇ ਨਾਲੋਂ ਹੁੰਦੀ ਅੱਧੀ ਆ ਜੀ, ਘਰੇ ਰਹਿ ਜਾਂਦੀ ਆ। ਕਿਸਾਨਾਂ ਨੂੰ ਚਿੰਤਾ ਇਹ ਆ ਵੀ ਜੇ ਕਣਕ ਦਾ ਇਸ ਤਰ੍ਹਾਂ ਬੁਰਾ ਹਾਲ ਹੋਇਆ, ਕਣਕ ਉਦੋਂ ਅੱਧੀ ਹੁੰਦੀ ਹੈ ਤਾਂ ਝੋਨੇ ਦਾ ਕੀ ਹਾਲ ਹੋਊਗਾ? ਹਾਂਜੀ। ਜਿਹੜੀ ਮੀਂਹਾਂ ਦੀ ਭਿੱਜ ਗਈ ਸੀ ਕਣਕ, ਉਹਦੇ ਬਾਰੇ ਕੀ ਸਥਿਤੀ ਹੈ ਜੀ? ਕੀ ਉਹਦੀ ਖਰੀਦ ਕੀਤੀ ਗਈ ਹੈ, ਚੁੱਕੀ ਗਈ ਹੈ ਜਾਂ ਨਹੀਂ ਚੁੱਕੀ ਗਈ? ਲਿਫਟਿੰਗ ਦੀ ਕੀ ਸਥਿਤੀ ਹੈ? ਲਿਫਟਿੰਗ ਤਾਂ ਹੋ ਰਹੀ ਹੈ ਜੀ, ਪਰ ਜਿਹੜੀ ਕਣਕ ਦੀ ਖਰੀਦ ਆ ਉਹੀ ਕਾਰਨ ਹੋ ਗਿਆ। ਇੱਕ ਤਾਂ ਬਾਰਦਾਨੇ ਦੀ ਕਮੀ ਆ ਵੱਡੀ ਪੱਧਰ ਤੇ। ਪੁਰਾਣਾ ਜਿਹੜਾ ਬਾਰਦਾਨਾ ਹੈਗਾ ਹੁਣ ਆੜ੍ਹਤੀਆਂ ਵੱਲੋਂ ਕੁਛ ਏਜੰਸੀਆਂ ਨੇ ਜਿਹੜੀਆਂ, ਕਿਉਂਕਿ 50% ਬਾਰਦਾਨਾ ਕੀ ਕਹਿੰਦੇ ਪਿੱਛੋਂ ਬੰਗਾਲ ਦੇ ਵਿੱਚ ਜਿਹੜਾ ਕਲਕੱਤੇ ਤੋਂ ਫੈਕਟਰੀਆਂ 'ਚ ਆਉਣਾ ਸੀ ਕੋਵਿਡ ਕਰਕੇ, ਜਿਹੜਾ ਉੱਥੇ ਉਹ ਬਣ ਨਹੀਂ ਪਾਇਆ ਜਾਂ ਫੈਕਟਰੀਆਂ ਨਹੀਂ ਚੱਲੀਆਂ ਜਾਂ ਕੀ ਕਾਰਨ ਨੇ ਉਹ ਨਹੀਂ ਹਜੇ ਪਤਾ ਲੱਗਿਆ। ਪਰ ਜਿਹੜਾ ਪੁਰਾਣਾ ਬਾਰਦਾਨਾ ਹੈਗਾ ਹੁਣ ਜਿਹੜੀ ਰਹਿੰਦੀ ਕਣਕ ਆ ਉਹ ਪੁਰਾਣੇ ਬਾਰਦਾਨੇ ਦੇ ਵਿੱਚ ਭਰੀ ਜਾ ਰਹੀ ਆ। ਜੀ 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 ਜੀ, ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਤੇ ਹੁਣ ਆਪਾਂ ਰੁਕ ਕਰਦੇ ਹਾਂ ਫਰੀਦਕੋਟ। ਅਮਨਦੀਪ ਲੱਕੀ ਜੀ ਮੇਰੇ ਨਾਲ ਨੇ। ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਇੱਥੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਜੀ। ਉੱਥੇ ਸਥਿਤੀ ਕੀ ਹੈ? ਫਰੀਦਕੋਟ ਦੀ ਸਥਿਤੀ ਕੀ ਹੈ? ਇੱਥੇ ਆਕਸੀਜਨ ਦੀ ਸਥਿਤੀ ਕੀ ਹੈ? ਸਾਰੀ ਜਾਣਕਾਰੀ ਲੈਂਦੇ ਹਾਂ ਅਮਨਦੀਪ ਲੱਕੀ ਤੋਂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨੇਵਾਲੀਆ ਸਾਹਿਬ ਜੀ। ਕੀ ਸਥਿਤੀ ਹੈ ਜੀ? ਤਮਾਮ ਜਾਣਕਾਰੀ ਦਿਓ ਸਾਨੂੰ ਇੱਥੇ ਆਕਸੀਜਨ ਵਗੈਰਾ ਦੀ। ਦੇਖੋ, ਜਿਹੜੀ ਆਕਸੀਜਨ ਹੈਗੀ ਹੈ ਇੱਥੇ ਪਲਾਂਟ ਦਾਨੇਵਾਲੀਆ ਸਾਹਿਬ ਲੱਗਿਆ ਹੋਇਆ ਹੈਗਾ। ਆਕਸੀਜਨ ਦੀ ਇੱਥੇ ਕੋਈ ਕਮੀ ਨਹੀਂ। ਈਵਨ ਕਿ ਜਿਹੜੇ ਆਸੇ-ਪਾਸੇ ਦੇ ਜ਼ਿਲ੍ਹਿਆਂ ਤੋਂ, ਆਸੇ-ਪਾਸੇ ਦੇ ਸੂਬਿਆਂ ਤੋਂ ਕਈ ਮਰੀਜ਼ ਆ ਕੇ ਆਪਣਾ ਇਲਾਜ ਕਰਾ ਰਹੇ ਆ ਔਰ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਹੋ ਰਿਹਾ ਇਹਨਾਂ ਦਾ। ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈਗੀ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ 75% ਉਹਨਾਂ ਨੇ ਬੈੱਡ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ ਰਾਖਵੇਂ ਰੱਖੇ ਹੋਏ ਆ, 75% ਬੈੱਡ। ਔਰ ਉਸ ਦੇ ਚੱਲਦਿਆਂ ਜਿਹੜਾ ਇਹ ਸਾਰਾ ਸਰਕਾਰ ਵੱਲੋਂ ਅਰੇਂਜਮੈਂਟ ਕੀਤਾ ਗਿਆ। ਜੇਕਰ ਗੱਲ ਕਰ ਲਈਏ ਤਾਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਤਾਂ 152 ਮਰੀਜ਼ ਕੱਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਏ ਸੀਗੇ ਔਰ 1121
ਦੀ ਸੰਖਿਆ ਜਿਹੜੀ ਹੋ ਗਈ ਆ ਪੋਜ਼ਿਟਿਵ ਮਰੀਜ਼ਾਂ ਦੀ ਹੁਣ ਜ਼ਿਲ੍ਹੇ ਦੇ ਵਿੱਚ, ਔਰ 2 ਮੌਤਾਂ ਵੀ ਹੋਈਆਂ ਸੀ ਕੱਲ ਕਰੋਨਾ ਵਾਇਰਸ ਦੇ ਨਾਲ। ਔਰ ਹਰ ਰੋਜ਼ ਜਿਸ ਤਰੀਕੇ ਅੰਕੜੇ ਵੱਧ ਰਹੇ ਆ, ਸਰਕਾਰ ਨੇ ਪਹਿਲਾਂ 6 ਵਜੇ ਦਾ ਲਾਕਡਾਊਨ ਦਾ ਟਾਈਮ ਦਿੱਤਾ ਸੀ, ਲੇਕਿਨ ਹੁਣ 5 ਵਜੇ ਦਾ ਕਰ ਦਿੱਤਾ ਗਿਆ, ਔਰ 5 ਵਜੇ ਮੁਕੰਮਲ ਤੌਰ ਦੇ ਉੱਤੇ ਜਿਹੜਾ ਬਾਜ਼ਾਰ ਆ ਫਰੀਦਕੋਟ ਦਾ ਸਾਨੂੰ ਬੰਦ ਦਿਖਾਈ ਦੇ ਰਿਹਾ ਹੈਗਾ ਜੀ। ਬਿਲਕੁਲ। ਦੂਸਰੇ ਪਾਸੇ ਜਿਹੜੀ ਸਖਤੀ ਕਿੰਨੀ ਕੁ ਕਰ ਰਹੀ ਹੈ ਪੁਲਿਸ, ਕਿਉਂਕਿ ਅੱਜ ਕਰਫਿਊ 6 ਵਜੇ ਲੱਗ ਗਿਆ, ਠੀਕ ਹੈ ਜੀ, ਸਥਿਤੀ ਹੁਣ ਕਿਵੇਂ ਲੱਗ ਰਹੀ ਹੈ ਤੁਹਾਨੂੰ ਬਾਜ਼ਾਰ ਦੇ ਵਿੱਚ ਸਨਸਨਾਟਾ? ਦੇਖੋ, ਮੈਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਨ ਲੱਗਿਆ। ਜਿਹੜੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਹੈਗੇ ਨੇ, ਉਹਨਾਂ ਦੇ ਵੱਲੋਂ ਜਿਹੜੇ ਆਰਡਰ ਹੋਏ ਆ, ਉਹ ਆਰਡਰ ਸਿਰਫ ਤੇ ਸਿਰਫ 5 ਵਜੇ ਲਾਕਡਾਊਨ, ਦੁਕਾਨਾਂ ਮਾਲ ਸਭ ਕੁਝ ਬੰਦ, ਔਰ 8 ਵਜੇ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਮੁਕੰਮਲ ਤੌਰ ਤੇ ਕਰਫਿਊ ਰਹੂਗਾ। ਔਰ ਗੱਲ ਕਰ ਲਈਏ ਤਾਂ ਜਿਹੜੀ ਹੋਮ ਡਿਲੀਵਰੀ ਹੈ ਤਾਂ 9 ਵਜੇ ਤੱਕ ਜਿੰਨੇ ਵੀ ਹੋਟਲ ਹੈ ਜਾਂ ਜਿਹੜੀਆਂ ਵੀ ਚੀਜ਼ਾਂ ਜਿਹਨਾਂ ਦੀਆਂ ਲੋੜੀਵੰਦ ਡੇਲੀ ਦੀਆਂ ਜਿਹੜੀਆਂ ਸਾਡੇ ਰੂਟੀਨ ਦੇ ਵਿੱਚ ਯੂਜ਼ ਹੁੰਦੀਆਂ ਹੈਗੀਆਂ, ਉਹਨਾਂ ਦੀ ਜੇਕਰ ਹੋਮ ਡਿਲੀਵਰੀ ਹੈ ਤਾਂ 9 ਵਜੇ ਤੱਕ ਜਿਹੜੀ ਹੋਮ ਡਿਲੀਵਰੀ ਇਹਨਾਂ ਨੂੰ ਪ੍ਰਸ਼ਾਸਨ ਨੇ ਅਲਾਉ ਕੀਤੀ ਹੈਗੀ ਆ। ਔਰ ਕਿਤੇ ਨਾ ਕਿਤੇ ਜਾ ਕੇ ਇਹਦਾ ਅਸਰ ਸਾਨੂੰ ਹੁਣ ਵੇਖਣ ਨੂੰ ਮਿਲ ਰਿਹਾ ਹੈਗਾ। ਮੁਕੰਮਲ ਤੌਰ ਦੇ ਉੱਤੇ ਫਰੀਦਕੋਟ ਮੁਕੰਮਲ ਤੌਰ ਦੇ ਉੱਤੇ ਆ, ਮੁਕੰਮਲ ਤੌਰ ਤੇ ਸਾਨੂੰ ਬੰਦ ਦਿਖਾਈ ਦੇ ਰਿਹਾ ਫਰੀਦਕੋਟ। ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ, ਤੇ ਮੇਰੇ ਨਾਲ ਰਤੇਸ਼ ਕੁੱਕੜ ਜੀ ਇਸ ਵਕਤ ਜੁੜ ਗਏ ਨੇ। ਰਤੇਸ਼ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਜਾਣਦੇ ਹਾਂ ਕਿ ਹੁਣ ਤਕਰੀਬਨ ਸਮਾਂ 8:30 ਦੇ ਨੇੜੇ ਤੇੜੇ ਹੋ ਚੁੱਕਿਆ। ਕੀ ਸਥਿਤੀ ਹੈ ਜੀ ਸ਼ਹਿਰ ਦੀ? ਸ਼ਹਿਰ ਬਿਲਕੁਲ ਸੁੰਨ ਸਨਾਟਾ ਪੱਥਰ ਗਿਆ ਹੋਣਾ ਜੀ। ਫਾਜ਼ਿਲਕਾ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਾਰਾ ਬਾਜ਼ਾਰ ਬੰਦ ਹੋ ਚੁੱਕਿਆ ਜੀ। ਵਪਾਰ ਮੰਡਲ ਵੱਲੋਂ ਅਨਾਉਂਸ ਕੀਤਾ ਗਿਆ ਜੀ 5 ਵਜੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਆਪਣੇ ਘਰਾਂ 'ਚ ਪਹੁੰਚਣ, ਤਾਂ ਕਿ 6 ਵਜੇ ਤੱਕ ਹਰ ਬੰਦਾ ਆਪਣੇ ਘਰ ਪਹੁੰਚ ਜੀ। ਉਸ ਤੋਂ ਬਾਅਦ ਦੂਸਰੀ ਖਬਰ ਮੈਂ ਦੱਸਣਾ ਚਾਹਾਂਗਾ ਕਿ ਇਸ ਦੇ ਨਾਲ ਹੀ ਅੱਜ ਥੋੜਾ ਜਿਹਾ ਅਕਾਲੀ ਦਲ ਨੂੰ ਵੀ ਬੜਾ ਵੱਡਾ ਝਟਕਾ ਲੱਗਿਆ। ਇੱਥੋਂ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਸੋਈ ਦੇ ਨਰਿੰਦਰ ਸਿੰਘ ਸਮਨਾ ਅੱਜ ਸ਼ਾਮ ਨੂੰ ਆਦੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਚੰਡੀਗੜ੍ਹ ਹਰਪਾਲ ਸਿੰਘ ਚੀਮਾ ਜੀ ਨੇ ਉਹਨਾਂ ਨੂੰ ਸ਼ਾਮਲ ਕੀਤਾ। ਇਹਦੇ ਨਾਲ ਫਾਜ਼ਿਲਕਾ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਜੀ ਜੀ। ਸੋ ਮੰਡੀਆਂ ਦੀ ਕੀ ਸਥਿਤੀ ਹੈ ਜੀ? ਮੰਡੀ ਦੇ ਵਿੱਚ ਜੋ ਹਜੇ ਤੱਕ ਹੈਗਾ ਜੀ 4,33,591 ਮੈਟ੍ਰਿਕ ਟਨ ਕਣਕ ਦੀ ਹਜੇ ਤੱਕ ਜਿਹੜੀ ਖਰੀਦ ਹੋ ਚੁੱਕੀ ਹੈ ਜੀ, ਤੇ 132 ਕਰੋੜ ਰੁਪਏ ਦੀ ਕਿਸਾਨਾਂ ਨੂੰ ਆਨਲਾਈਨ ਜਿਹੜੀ ਕਿ ਅਦਾਇਗੀ ਹੋ ਚੁੱਕੀ ਹੈ ਜੀ ਜੀ। ਤੇ ਕਰੋਨਾ ਦੀ ਸਥਿਤੀ ਕਿਵੇਂ ਹੈ ਜੀ? ਆਕਸੀਜਨ ਵਗੈਰਾ ਪਹੁੰਚ ਰਹੀ ਹੈ ਹਸਪਤਾਲਾਂ 'ਚ ਨਹੀਂ? ਫਾਜ਼ਿਲਕਾ ਦੇ ਜਿਹੜੇ ਸਿਵਲ ਸਰਜਨ ਦਾ ਬਿਆਨ ਆਇਆ ਹੈ ਕਿ ਅੱਜ ਕੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੇ ਪ੍ਰੋਪਰ ਆਕਸੀਜਨ ਦਾ ਪੂਰੇ ਅਰੇਂਜਮੈਂਟਸ ਕਰ ਰੱਖੇ ਨੇ, ਤੇ ਹਜੇ ਤੱਕ ਆਕਸੀਜਨ ਦੀ ਕਮੀ ਨਾਲ ਫਾਜ਼ਿਲਕਾ ਦੇ ਵਿੱਚ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਜੀ ਜੀ। ਮਿਹਰਬਾਨੀ ਜੀ, ਤੁਹਾਡਾ ਸ਼ੁਕਰੀਆ, ਧੰਨਵਾਦ। ਤੇ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਬਹੁਤ ਬਹੁਤ ਮਿਹਰਬਾਨੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਸ਼ਮਾਦਾਨ।